ਅਕਾਲੀ ਦਲ ਇਹ ਕਹਿੰਦਾ ਸੀ ਕਿ ਭਾਈਚਾਰਕ ਏਕਤਾ ਕਾਇਮ ਕਰਤੀ। ਹੁਣ ਫਿਰ ਜੇ ਸੋਚਿਆ ਜਾਵੇ ਅਕਾਲੀ ਦਲ ਲਈ ਹੁਣ ਭਾਈਚਾਰਕ ਏਕਤਾ ਦੇ ਕੀ ਅਰਥ ਨੇ ਇਹਨਾਂ ਦਿਨਾਂ ਵਿੱਚ? ਹੁਣ ਇਹੀ ਪੁੱਛ ਸਕਦੇ ਹੈਗੇ ਆ, ਕਿਸਾਨ ਹੀ ਪੁੱਛ ਸਕਦੇ ਆ ਜਿਹਨੇ ਜਿਹੜੇ ਕਹਿੰਦੇ ਸੀ ਵੀ ਕਿਸਾਨਾਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਕਿਸਾਨਾਂ ਦੇ ਨੇਤਾ ਨੇ ਜੀ, ਕਿਸਾਨ ਲੀਡਰ ਨੇ। ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਕਰਕੇ ਛੱਡਤਾ ਜੀ। ਪਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਕਿਉਂ ਚੁੱਪ ਬੈਠੇ ਨੇ? ਇਹ ਸਾਰੇ ਜਿਹੜੇ ਲੀਡਰਸ ਨੇ ਇਹਨਾਂ ਨੇ ਉਹ ਜਿਹੜਾ ਬਿੱਲ ਆਇਆ ਹੈਗਾ ਉਹ ਇਹਨਾਂ ਦੀ ਸਹਿਮਤੀ ਦੇ ਨਾਲ ਆਇਆ ਔਰ ਇਹਨਾਂ ਨੇ 2013 ਦੇ ਵਿੱਚ ਇਹ ਪਾਸ ਵੀ ਕੀਤਾ ਸੀ। ਜਿਹੜੀ ਆਪੋਜੀਸ਼ਨ ਦਾ ਲੀਡਰ ਭਗਵੰਤ ਮਾਨ ਜਿਹੜੇ ਕੀ ਕਹਿੰਦੇ ਆ ਜੀ ਕੈਪਟਨ ਸਾਹਿਬ ਤਾਂ 11 ਵਜੇ ਤੱਕ ਦਾੜੀ ਦੀ ਜਾਲੀ ਬੰਨ੍ਹਦੇ ਆ ਜੀ, 2 ਵਜੇ ਤੱਕ ਪਜਾਮੀ ਪਾਉਂਦੇ ਆ ਜੀ, ਉਹ ਵੀ ਨਾਲ ਸੁਰ 'ਚ ਸੁਰ ਮਿਲਾ ਰਹੇ ਸੀ। ਬਲਦੀ ਤੇ ਤੇਲ ਪਾਇਆ। ਕਿਸਾਨ ਤਾਂ ਅਕਾਲੀ ਨੂੰ ਹਜੇ ਵੀ ਗਾਲਾਂ ਕੱਢਦੇ ਨੇ, ਕਿਸਾਨ ਤਾਂ ਕਹਿੰਦੇ ਨੇ ਕਿ ਧੋਖਾ ਇਹ ਕਰਦੇ ਨੇ ਵੀ ਉਹਨਾਂ ਨੇ ਸਾਡੇ ਨਾਲ ਹਮੇਸ਼ਾ ਰਾਜ ਸੱਤਾ ਮਾਣੀ, ਲੋਕਾਂ ਨਾਲ ਧੱਕੇ ਧੋਖੇ ਵੀ ਕੀਤੇ, ਕਬਜ਼ੇ ਵੀ ਕੀਤੇ, ਵੀ ਕੁਝ ਕੀਤਾ ਉਹਨਾਂ ਨੇ, ਅਸੀਂ ਸਭ ਕੁਝ ਜਰਿਆ। ਲੇਕਿਨ ਜਦੋਂ ਕਿਸਾਨਾਂ ਨੂੰ ਸਮਝਾਉਣ ਦੀ, ਆਰਡੀਨੈਂਸ ਬਾਰੇ ਦੱਸਣ ਦੀ ਗੱਲ ਸੀ, ਜਿਹਦੇ ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲਾਈਵ ਹੋ ਕੇ ਬੋਲੇ ਸੀ, ਉਹ ਦੱਸਣਾ ਉਹਨਾਂ ਦਾ ਫਰਜ਼ ਬਣਦਾ ਸੀਗਾ। ਲੇਕਿਨ ਉਹਨਾਂ ਨੇ ਭੰਬਲ ਭੂਸਾ ਪਾਇਆ। ਸਰਦਾਰ ਸਿੰਘ ਜੌਹਲ ਦਾ ਅੱਜ ਬਿਆਨ ਵੀ ਆਇਆ ਅਖਬਾਰਾਂ 'ਚ ਕਿ ਕਿਸਾਨਾਂ ਨੂੰ ਮੋਰਚੇ ਕੈਪਟਨ ਸਰਕਾਰ ਤੇ ਬਾਦਲ ਖਿਲਾਫ ਲਾਉਣੇ ਚਾਹੀਦੇ ਨੇ, ਕਿਉਂਕਿ ਜਿਹੜਾ ਬਿੱਲ ਕੇਂਦਰ ਨੇ ਹੁਣ ਲੈ ਕੇ ਆਂਦਾ ਇਹ ਦੋਨੇ ਪਹਿਲਾਂ ਲੈ ਕੇ ਆ ਚੁੱਕੇ ਨੇ ਪੰਜਾਬ ਦੇ ਵਿੱਚ। ਅਕਾਲੀ ਕਹਿੰਦੇ ਕਿ ਕੇਂਦਰੀ ਮੰਤਰੀਆਂ ਨੇ ਉਹਨਾਂ ਨੂੰ ਪੂਰੀ ਸੱਚਾਈ ਨਹੀਂ ਦੱਸੀ ਬਿੱਲਾਂ ਦੀ, ਸਾਨੂੰ ਧੋਖੇ 'ਚ ਰੱਖਿਆ। ਕਹਿੰਦੇ ਜਿਹੜੀ ਪਾਰਟੀ ਧੋਖਾ ਕਰਦੀ ਆ ਉਹਦੇ ਨਾਲ ਅਸੀਂ ਇੱਕ ਪਲ ਵੀ ਨਹੀਂ ਰਹਾਂਗੇ। ਕਿਸੇ ਨੇ ਨਹੀਂ ਆ ਕੇ ਦੱਸਿਆ ਵੀ ਅਸੀਂ ਸਾਈਨ ਕਰਕੇ ਆਏ ਆ, ਅਸੀਂ ਮੀਟਿੰਗਾਂ ਅਟੈਂਡ ਕੀਤੀਆਂ। ਜਦੋਂ ਕਿਸਾਨਾਂ ਨੇ ਗੱਲ ਕੀਤੀ ਹੈਗੀ ਆ ਵੀ ਤੁਸੀਂ ਉੱਥੇ ਗਏ ਆ, ਉਦੋਂ ਇਹਨਾਂ ਦਾ ਸੱਚ ਬਾਹਰ ਆਇਆ। ਇਹ ਜਿਹੜਾ ਬਿੱਲ ਹੈ ਸੇਮ ਬਿੱਲ ਆ, ਸੇਮ ਕਾਪੀ ਆ ਔਰ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤੀ ਹੈਗੀ ਔਰ ਆਪ ਹੀ ਸਾਰਾ ਕੁਝ ਕਰਕੇ ਤੇ ਆਪ ਹੀ ਬਾਪ ਵੇਲਾ ਖੜਾ ਕਰ ਦਿੱਤਾ ਹੈਗਾ। ਇੱਕ ਹੋਰ ਵੀ ਰੋਸ ਹੈ, ਉਹ ਕਹਿੰਦੇ ਜਿਹੜੀ ਡਬਲ ਇਨਕਮ ਕਰਨੀ ਸੀ ਕਿਸਾਨੀ ਦੀ ਉਹ ਤਾਂ ਕੀਤੀ ਨਹੀਂ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਉਹ ਲਾਗੂ ਨਹੀਂ ਕੀਤੀ। ਇੱਕਦਮ ਬੰਬ ਸਿੱਟਤਾ, 3 ਬਿੱਲ ਆਂਦੇ ਜਿਹਦੇ ਨਾਲ ਕਿਸਾਨ ਪਰੇਸ਼ਾਨ ਹੋ ਗਏ। ਜੇ ਸੈਂਡ ਲੈਂਡ ਟਰਾਂਸਪੋਰਟ ਮੀਡੀਆ ਡਰੱਗਸ ਦੀ ਆਵਾਜ਼ ਚੱਕ ਕੇ ਜੇ ਮੈਂ ਸਾਲ 1.5 ਸਾਲ ਘਰੇ ਬੈਠ ਸਕਦਾ ਸਸਪੈਂਡ ਹੋ ਕੇ, ਜੇ ਮੇਰੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੋਊਗਾ, ਮੇਰੇ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੋਊਗਾ, ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਊਗੀ। ਕਿਸੇ ਨੇ ਇਹ ਨਹੀਂ ਪੁੱਛਿਆ ਹੈਗਾ ਵੀ ਜਿਹੜਾ 2006 ਦਾ ਜਾਂ 2013 ਦੇ ਵਿੱਚ ਜਿਹੜਾ ਇਹ ਬਿੱਲ ਪਾਸ ਹੋਇਆ ਹੈਗਾ ਇੱਥੇ ਪੰਜਾਬ ਦੇ ਵਿੱਚ ਵੀ ਉਹ ਕਿਉਂ ਲਿਆਂਦਾ ਸੀ ਔਰ ਇਹਦੇ ਦੇ ਵਿੱਚ ਤੇ ਕੇਂਦਰ ਵਾਲੇ 'ਚ ਫਰਕ ਕੀ ਆ, ਕਿਸੇ ਨੇ ਪੁੱਛਿਆ ਨਹੀਂ ਹੈ। ਔਰ ਸਿਰਫ ਤੇ ਸਿਰਫ ਰਾਜਨੀਤੀ ਹੋਈ ਆ। ਜਿਹੜਾ ਬਿੱਲ ਰਾਤ ਨੂੰ ਚੰਗਾ ਸੀ ਉਹ ਸਵੇਰੇ ਚੜ੍ਹਦੇ ਸਾਰ ਹੀ ਮਾੜਾ ਕਿਵੇਂ ਹੋ ਗਿਆ? ਠੀਕ ਹੈ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਸਪੈਂਡ ਕਰਾਇਆ ਔਰ ਮੈਂ 7 ਮਹੀਨੇ ਸਸਪੈਂਡ ਰਿਹਾ ਔਰ ਮੇਰੇ ਮਨ ਤੇ ਇਹ ਬੋਝ ਨਹੀਂ ਸੀ। ਅਸੀਂ ਅੱਗ ਲਾਉਣ ਵਾਲਿਆਂ 'ਚ ਨਹੀਂ ਸੀ, ਬੁਝਾਉਣ ਵਾਲਿਆਂ 'ਚ ਸੀ। ਕੇਂਦਰ ਸਰਕਾਰ ਨੇ ਜਦੋਂ ਕਿਸਾਨੀ ਸੰਬੰਧੀ ਬਿੱਲ ਲੈ ਕੇ ਆਂਦੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕਦਮ ਗਰਮ ਮਾਹੌਲ ਵਿੱਚ ਪਹੁੰਚ ਗਈ। ਇਸੇ ਦੌਰਾਨ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟ ਗਿਆ। ਕਿ ਪੰਜਾਬ ਦੇ ਵਿੱਚ ਪਿਛਲਾ 10 ਸਾਲ ਦਾ ਰਾਜ ਬੀਜੇਪੀ ਅਕਾਲੀਆਂ ਦਾ ਜੋ ਸੀ ਉਹਦੇ ਵਿੱਚ ਵਾਕਈ ਸਹੀ ਸਰਕਾਰ ਚੱਲੀ ਜਾਂ ਫਿਰ ਵੱਡੀਆਂ ਖਾਮੀਆਂ ਸਨ? ਕਿ ਮੌਜੂਦਾ ਕੈਪਟਨ ਸਰਕਾਰ ਲੋਕਾਂ ਦੀ ਜਿਵੇਂ ਕਹਿ ਰਹੀ ਆ ਕਿ ਅਸੀਂ ਲੋਕਾਂ ਦੇ ਰਖਵਾਲੇ ਆ, ਉਹ ਬਾਕੀ ਰਖਵਾਲੀ ਕਰ ਰਹੀ ਹੈ? ਸਾਰੇ ਕਾਸਤੇ ਗੱਲ ਕਰਾਂਗੇ। ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ। ਗਰੇਵਾਲ ਸਾਹਿਬ, ਜੋ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਟੁੱਟਿਆ, ਇਹਦੇ ਪਿੱਛੇ ਬੀਜੇਪੀ ਪਹਿਲਾਂ ਆਪਣਾ ਹੱਥ ਪਿੱਛੇ ਖਿੱਚਣਾ ਚਾਹੁੰਦੀ ਸੀ ਤਾਂ ਟੁੱਟਿਆ, ਜਾਂ ਫਿਰ ਮਾਹੌਲ ਪੰਜਾਬ ਦਾ ਅਜਿਹਾ ਬਣ ਗਿਆ ਕਿ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ, ਅਕਾਲੀ ਦਲ ਨੂੰ ਗੱਠਜੋੜ ਤੋੜਨਾ ਪਿਆ? ਬਾਕੀ ਜੋ ਅਕਾਲੀ ਦਲ ਹੈ ਉਹ ਕਿਸਾਨ ਹਮੈਤੀ ਹੈ ਜਾਂ ਫਿਰ ਕਿਸਾਨ ਹਮੈਤੀ ਹੋਣ ਦਾ ਇਹ ਸੁਰਖੀਆਂ ਦੇ ਵਿੱਚ ਕਹਿ ਲਈਏ ਕਿ ਪ੍ਰਚਾਰ ਕਰ ਰਿਹਾ? ਦੇਖੋ ਜੀ, ਗੱਠਜੋੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੋੜਿਆ ਗਿਆ ਹੈਗਾ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ, ਚਾਹੇ ਧੱਕਾ ਹੁੰਦਾ ਸੀ ਵਰਕਰਸ ਦੇ ਨਾਲ ਔਰ ਜਾਂ ਕੁਛ ਵੀ ਕਹਿ ਲਓ, ਸਾਰਾ ਮਾਹੌਲ ਵਰਕਰਾਂ ਨੇ ਵੀ ਔਰ ਲੀਡਰਸ਼ਿਪ ਨੇ ਵੀ ਇੱਕ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ, ਸ਼ਾਂਤੀ, ਸਾਰਾ ਕੁਝ ਦੇਖਦੇ ਹੋਏ ਉਹਨਾਂ ਨੇ ਹਮੇਸ਼ਾ ਨਿਭਾਉਣ ਦਾ ਯਤਨ ਕੀਤਾ ਔਰ ਇਹ ਮੈਂ ਕਹਿੰਦਾ ਵੀ ਸਾਡੇ ਵੱਲੋਂ ਕੋਈ ਇਸ ਚੀਜ਼ ਬਾਰੇ
ਪਹਿਲ ਕਦਮੀ ਨਹੀਂ ਹੋਈ। ਅਸੀਂ ਤਾਂ ਇਹੀ ਚਾਹੁੰਦੇ ਸੀ ਵੀ ਇਹ ਜਿਹੜਾ ਗੱਠਜੋੜ ਹੈਗਾ ਵੀ ਠੀਕ ਹੈ, ਜਿਵੇਂ ਵੀ ਹੈ ਪੰਜਾਬ ਦੇ ਲਈ ਜੇ ਸ਼ਾਂਤੀ ਰਹਿੰਦੀ ਹੈਗੀ ਆ ਤਾਂ ਜੇ ਵਰਕਰਾਂ ਦੀ ਵੀ ਬਲੀ ਦਿੱਤੀ ਜਾਂਦੀ ਹੈ ਤਾਂ ਕੋਈ ਗੱਲ ਨਹੀਂ, ਵੀ ਸਾਡਾ ਵਰਕਰ ਜਿਹੜਾ ਹੈਗਾ ਉਹ ਮਾਸ ਤੇ ਕੇਡਰ ਬੇਸ ਪਾਰਟੀ ਹੈਗੀ ਆ ਔਰ ਸੰਗਠਨ ਨਾਲ ਜੁੜਿਆ ਵਰਕਰ ਹੈਗਾ, ਉਹਨੇ ਧੁੱਪ ਛਾਂ ਗਰਮੀ ਸਰਦੀ ਸਾਰੀ ਸਹੀ। ਲੇਕਿਨ ਜੇ ਸਾਨੂੰ ਛੱਡ ਕੇ ਭੱਜੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਭੱਜੇ ਆ। ਗਰੇਵਾਲ ਸਾਹਿਬ, ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਸੀ, ਮਾਰਧਾੜ ਚੱਲ ਰਹੀ ਸੀ, ਚਾਹੇ ਏਜੰਸੀਆਂ ਕਰਾ ਰਹੀਆਂ ਸੀ, ਚਾਹੇ ਇੱਥੋਂ ਜਥੇਬੰਦੀਆਂ ਕਰ ਰਹੀਆਂ ਸਨ, ਉਦੋਂ ਅਕਾਲੀ ਦਲ ਤੇ ਬੀਜੇਪੀ ਦਾ ਮਜ਼ਬੂਤ ਗੱਠਜੋੜ ਬਣਿਆ। ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਈਚਾਰਕ ਏਕਤਾ ਦੀ ਜੋ ਇੱਕ ਪ੍ਰਤੀਕ ਆ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਉਹਦਾ ਚੰਗਾ ਵੀ ਲੱਗਦਾ ਸੀ, ਕਿਉਂਕਿ ਹਿੰਦੂ ਸਿੱਖਾਂ 'ਚ ਪਹਿਲਾਂ ਵੀ ਕਦੇ ਪੰਜਾਬ 'ਚ ਟਕਰਾਅ ਨਹੀਂ ਸੀਗਾ। ਕਿਤੇ ਨਾ ਕਿਤੇ ਉਹਦੇ ਕਾਰਨ ਹੋਰ ਸੀ ਕਿ ਕਿਹਾ ਜਾਂਦਾ ਸੀ ਹਿੰਦੂ ਸਿੱਖਾਂ ਦੀ ਲੜਾਈ ਆ, ਪਰ ਉਹ ਲੜਾਈ ਹਿੰਦੂ ਸਿੱਖਾਂ ਦੀ ਨਹੀਂ ਸੀ। ਪਰ ਅਕਾਲੀ ਦਲ ਇਹ ਕਹਿੰਦਾ ਸੀ ਕਿ ਭਾਈਚਾਰਕ ਏਕਤਾ ਕਾਇਮ ਕਰਤੀ। ਹੁਣ ਫਿਰ ਜੇ ਸੋਚਿਆ ਜਾਵੇ ਅਕਾਲੀ ਦਲ ਲਈ ਹੁਣ ਭਾਈਚਾਰਕ ਏਕਤਾ ਦੇ ਕੀ ਅਰਥ ਨੇ ਇਹਨਾਂ ਦਿਨਾਂ ਵਿੱਚ? ਇਹਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਕੁਐਸਚਨ ਆ, ਇੱਕ ਪ੍ਰਸ਼ਨ ਆ, ਇੱਕ ਬੁਝਾਰਤ ਬਣੀ ਹੋਈ ਆ ਵੀ ਰਾਜਨੀਤੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਦੇ ਬਾਬਾ ਬੋੜ ਔਰ ਜਿਨ੍ਹਾਂ ਦਾ ਕੇਂਦਰ ਦੇ ਵਿੱਚ ਔਰ ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਵੱਡਾ ਉਹਨਾਂ ਦਾ ਪ੍ਰਭਾਵ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਅੱਜ ਜਦੋਂ ਸਾਰੇ ਕਿਸਾਨ ਜਥੇਬੰਦੀਆਂ, ਸਾਰੇ ਕਿਸਾਨ ਘਰਾਂ ਤੋਂ ਬੱਚੇ, ਨੌਜਵਾਨ ਉਹ ਸੜਕਾਂ ਤੇ ਨੇ, ਪਟੜੀਆਂ ਤੇ ਨੇ, ਠੀਕ ਆ, ਹਾਲਾਤ ਉਹ ਚਾਹੇ ਕਿਵੇਂ ਮਰਜ਼ੀ ਬਣੇ, ਲੇਕਿਨ ਉਹ ਜਿਹੜੀ ਚੁੱਪ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਹੁਣ ਇਹੀ ਪੁੱਛ ਸਕਦੇ ਹੈਗੇ ਆ, ਕਿਸਾਨ ਹੀ ਪੁੱਛ ਸਕਦੇ ਆ ਜਿਹੜੇ ਕਹਿੰਦੇ ਸੀ ਵੀ ਕਿਸਾਨਾਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਕਿਸਾਨਾਂ ਦੇ ਨੇਤਾ ਨੇ ਜੀ, ਕਿਸਾਨ ਲੀਡਰ ਨੇ, ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਕਰਕੇ ਛੱਡਤਾ ਜੀ। ਪਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਕਿਉਂ ਚੁੱਪ ਬੈਠੇ ਨੇ? ਮਤਲਬ ਤੇ ਇਹ ਆ ਜੀ ਵੀ ਇਹ ਸਿਰਫ ਡਰਾਮੇਬਾਜ਼ੀ ਹੋਈ ਆ ਔਰ ਸ਼੍ਰੋਮਣੀ ਅਕਾਲੀ ਦਲ ਔਰ ਇਹ ਸਾਰੇ ਜਿਹੜੇ ਲੀਡਰਸ ਨੇ, ਇਹਨਾਂ ਨੇ ਉਹ ਜਿਹੜਾ ਬਿੱਲ ਆਇਆ ਹੈਗਾ ਉਹ ਇਹਨਾਂ ਦੀ ਸਹਿਮਤੀ ਦੇ ਨਾਲ ਆਇਆ ਔਰ ਇਹਨਾਂ ਨੇ 2013 ਦੇ ਵਿੱਚ ਇਹ ਪਾਸ ਵੀ ਕੀਤਾ ਸੀ। ਪਹਿਲਾਂ 2006 ਦੇ ਵਿੱਚ ਆਪਣਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ ਲਿਆਂਦਾ ਔਰ 2013 ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਿਆਂਦਾ। ਔਰ ਇੱਕ ਮਿੰਟ ਤੁਹਾਡੀ ਗੱਲ ਵਿਚਾਲਿਆ, ਸਰਦਾਰ ਸਿੰਘ ਜੌਹਲ ਦਾ ਅੱਜ ਬਿਆਨ ਵੀ ਆਇਆ ਅਖਬਾਰਾਂ 'ਚ ਕਿ ਕਿਸਾਨਾਂ ਨੂੰ ਮੋਰਚੇ ਕੈਪਟਨ ਸਰਕਾਰ ਤੇ ਬਾਦਲ ਖਿਲਾਫ ਲਾਉਣੇ ਚਾਹੀਦੇ ਨੇ, ਕਿਉਂਕਿ ਜਿਹੜਾ ਬਿੱਲ ਕੇਂਦਰ ਨੇ ਹੁਣ ਲੈ ਕੇ ਆਂਦਾ, ਇਹ ਦੋਨੇ ਪਹਿਲਾਂ ਲੈ ਕੇ ਆ ਚੁੱਕੇ ਨੇ ਪੰਜਾਬ ਦੇ ਵਿੱਚ। ਇਹ ਜਿਹੜਾ ਬਿੱਲ ਹੈ ਸੇਮ ਬਿੱਲ ਆ, ਸੇਮ ਕਾਪੀ ਆ ਔਰ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤੀ ਹੈਗੀ ਔਰ ਆਪ ਹੀ ਸਾਰਾ ਕੁਝ ਕਰਕੇ ਤੇ ਆਪ ਹੀ ਬਾਪ ਵੇਲਾ ਖੜਾ ਕਰ ਦਿੱਤਾ ਹੈਗਾ। ਵੱਡੀ ਗੱਲ ਇਹ ਆ ਵੀ ਬਹੁਤ ਦੁੱਖ ਦੀ ਗੱਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪ ਹੀ ਬਿੱਲ ਲਿਆਂਦਾ, ਆਪ ਹੀ ਮੀਟਿੰਗ ਸੱਦ ਲਈ ਔਰ ਉਹਦੇ ਵਿੱਚ ਜਿਹੜੀ ਆਪੋਜੀਸ਼ਨ ਦਾ ਲੀਡਰ ਭਗਵੰਤ ਮਾਨ, ਜਿਹੜੇ ਕੀ ਕਹਿੰਦੇ ਆ ਜੀ ਕੈਪਟਨ ਸਾਹਿਬ ਤਾਂ 11 ਵਜੇ ਤੱਕ ਦਾੜੀ ਦੀ ਜਾਲੀ ਬੰਨ੍ਹਦੇ ਆ ਜੀ, 2 ਵਜੇ ਤੱਕ ਪਜਾਮੀ ਪਾਉਂਦੇ ਆ ਜੀ, ਉਹ ਵੀ ਨਾਲ ਸੁਰ 'ਚ ਸੁਰ ਮਿਲਾ ਰਹੇ ਸੀ ਔਰ ਸਿਰਫ ਤੇ ਸਿਰਫ ਇੱਕ ਲੋਕਾਂ ਨੂੰ ਔਰ ਜਦੋਂ ਸਰਕਾਰ ਹੀ ਗੁੰਮਰਾਹ ਕਰਨ ਲੱਗ ਜਾਵੇ, ਜਦੋਂ ਪ੍ਰਦੇਸ਼ ਦਾ ਮੁੱਖ ਮੰਤਰੀ ਹੀ ਸੱਦ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਔਰ ਬਿਠਾ ਕੇ ਉਹਨਾਂ ਨੂੰ ਕਹੇ ਵੀ ਆਪਾਂ ਤਾਂ ਮਾਰੇ ਗਏ ਔਰ ਕਿਸੇ ਨੇ ਇਹ ਨਹੀਂ ਪੁੱਛਿਆ ਹੈਗਾ ਵੀ ਜਿਹੜਾ 2006 ਦਾ ਜਾਂ 2013 ਦੇ ਵਿੱਚ ਜਿਹੜਾ ਇਹ ਬਿੱਲ ਪਾਸ ਹੋਇਆ ਹੈਗਾ ਇੱਥੇ ਪੰਜਾਬ ਦੇ ਵਿੱਚ ਵੀ ਉਹ ਕਿਉਂ ਲਿਆਂਦਾ ਸੀ ਔਰ ਇਹਦੇ ਦੇ ਵਿੱਚ ਤੇ ਕੇਂਦਰ ਵਾਲੇ 'ਚ ਫਰਕ ਕੀ ਆ, ਕਿਸੇ ਨੇ ਪੁੱਛਿਆ ਨਹੀਂ ਹੈਗਾ। ਕੰਟਰੈਕਟ ਫਾਰਮਿੰਗ ਵਾਲੀ ਗੱਲ ਕਰਦੇ ਤੁਸੀਂ, ਉਹ ਬਿੱਲ ਵਾਲੀ ਫਾਰਮਿੰਗ ਜਿਹੜੀ ਹੈਗੀ ਆ ਇਹ 2013 ਚ ਆਇਆ ਹੈਗਾ। ਉਦੋਂ ਪਹਿਲਾਂ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ 2006 ਦੇ ਵਿੱਚ ਇਹ ਲਿਆਂਦਾ ਸੀ ਔਰ ਉਹਦੇ ਵਿੱਚ ਲਿਖਿਆ ਸੀ ਵੀ ਪ੍ਰਾਈਵੇਟ ਮੰਡੀਆਂ ਵੀ ਐਂਟਰ ਹੋ ਸਕਦੀਆਂ ਨੇ ਔਰ ਹੁਣ ਤਾਂ ਵੀਡੀਓ ਵੀ ਲੋਕਾਂ ਨੇ ਕੱਢ ਲਈਆਂ ਹੈਗੀਆਂ ਵੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਔਰ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ, ਕਿਵੇਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਔਰ ਜਿਹੜੇ ਅੰਡਾਨੀ ਅਬਾਨੀ ਬਈ ਬੀਜੇਪੀ ਦੇ ਜੀ ਮਾਰੇ ਗਏ ਜੀ, ਲੁੱਟੇ ਗਏ ਜੀ, ਹੁਣ ਤਾਂ ਉਹ ਵੀਡੀਓ ਕਲਿੱਪਸ ਸਾਹਮਣੇ ਚੱਲ ਰਹੀਆਂ ਹੈਗੀਆਂ ਨੇ ਔਰ ਮੈਂ ਤਾਂ ਇਹ ਕਹਿਣਾ ਹੈਗਾ ਵੀ ਹਰੇਕ ਆਪੋ ਆਪਣਾ ਝੰਡਾ, ਕਾਂਗਰਸ ਆਪਣਾ ਝੰਡਾ ਲੈ ਕੇ ਚੱਲ ਪਈ, ਆਮ ਆਦਮੀ ਪਾਰਟੀ ਆਪਦਾ ਝੰਡਾ ਲੈ ਕੇ ਚੱਲ ਪਈ, ਸ਼੍ਰੋਮਣੀ ਅਕਾਲੀ ਦਲ ਉਹਦੇ ਲਈ ਜਿਹੜਾ ਬਿੱਲ ਬਹੁਤ ਵਧੀਆ ਸੀ ਜਿਹਦੇ ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਅੱਧਾ ਘੰਟਾ ਲਾਈਵ ਹੋ ਕੇ ਉਸ ਬਿੱਲ ਬਾਰੇ ਦੱਸਿਆ ਸੀ, ਜਿਹਦੇ ਬਾਰੇ ਬੀਬਾ ਜੀ ਹਰਸਿਮਰਤ ਕੌਰ ਬਾਦਲ ਜੀ ਔਰ ਸੁਖਬੀਰ ਸਿੰਘ ਬਾਦਲ ਹੋਣੀ ਸਾਰਾ ਸ਼੍ਰੋਮਣੀ ਅਕਾਲੀ ਦਲ ਲੱਗਿਆ ਹੋਇਆ ਸੀ। ਉਹਨਾਂ ਨੇ ਕਿਹਾ ਵੀ ਹੁਣ ਆਮ ਆਦਮੀ ਪਾਰਟੀ ਕਾਂਗਰਸ ਵਾਲੇ ਲਾਗੇ ਤੇ ਵੀ ਸਾਡਾ ਤਾਂ ਪਹਿਲਾਂ ਹੀ ਇੱਥੇ ਬੇੜਾ ਗਰਕ ਹੋਇਆ ਵੀ ਹੁਣ ਅਸੀਂ ਵੀ ਭੱਜ ਕੇ ਨਾਲ ਰਲ ਜੀਏ
ਔਰ ਸਿਰਫ ਤੇ ਸਿਰਫ ਰਾਜਨੀਤੀ ਹੋਈ ਆ। ਜਿਹੜਾ ਬਿੱਲ ਰਾਤ ਨੂੰ ਚੰਗਾ ਸੀ ਉਹ ਸਵੇਰੇ ਚੜ੍ਹਦੇ ਸਾਰ ਹੀ ਮਾੜਾ ਕਿਵੇਂ ਹੋ ਗਿਆ, ਜਿਹਦੇ ਲਈ ਅਸੀਂ ਪਹਿਲਾਂ ਤੋਂ ਹੀ ਕਈ ਮਹੀਨਿਆਂ ਤੋਂ ਅਸੀਂ ਕਹਿੰਦੇ ਆਏ ਵੀ ਬਹੁਤ ਚੰਗਾ ਜੀ, ਉਹ ਕਿਸਾਨਾਂ ਦੇ ਭਲੇ ਦਾ ਹੈਗਾ। ਲੇਕਿਨ ਇੱਕ ਗੱਲ ਮੈਂ ਤੁਹਾਡੇ ਜ਼ਰੀਏ ਜ਼ਰੂਰ ਕਹਿਣਾ ਹੈਗਾ, 31 ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਵੱਲੋਂ ਮੋਰਚਾ ਲਾਇਆ ਗਿਆ ਹੈਗਾ ਵੀ ਮੈਂ ਖੁਦ ਕਿਸਾਨ ਆ ਔਰ ਉਹਨਾਂ ਹੀ ਖੇਤਾਂ 'ਚ ਪੱਠੇ ਵੱਢੇ ਆ, ਹਲ ਚਲਾਏ ਆ, ਪੋਰੀ ਆ, ਸੁਹਾਗੀ ਦਿੱਤੀ ਆ, ਨੱਕੇ ਛੱਡੇ ਹੈਗੇ ਆ, ਸਾਰਾ ਕੁਝ ਹੀ ਕੀਤਾ ਜਿਹੜਾ ਕੋਈ ਖੇਤੀਬਾੜੀ ਵਾਲੇ ਕਰਦੇ ਹੈਗੇ ਆ। ਲੇਕਿਨ ਵੀ ਮੈਂ ਆਪਦੇ ਭਰਾਵਾਂ ਨੂੰ ਕਹਿਣਾ ਵੀ ਪੰਜਾਬ ਦੇ ਵਿੱਚ 2008-9 ਦੇ ਵਿੱਚ ਮੈਂ ਸੈਂਡ, ਲੈਂਡ, ਟਰਾਂਸਪੋਰਟ, ਮੀਡੀਆ, ਡਰੱਗਸ ਦੀ ਗੱਲ ਚੱਕੀ ਸੀ, ਜਦੋਂ ਕਿ ਅਸੀਂ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ। ਉਦੋਂ ਮੈਂ ਇਹ ਕਿਹਾ ਸੀ ਵੀ ਜੇ ਅਲਾਇੰਸ ਪਾਰਟਨਰ ਹੈਗਾ ਉਹਨੂੰ ਰੋਕਿਆ ਟੋਕਿਆ ਜਾਵੇ, ਨਹੀਂ ਪੰਜਾਬ ਦਾ ਵੱਡਾ ਨੁਕਸਾਨ ਹੋਊਗਾ। ਠੀਕ ਹੈ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਸਪੈਂਡ ਕਰਾਇਆ ਔਰ ਮੈਂ 7 ਮਹੀਨੇ ਸਸਪੈਂਡ ਰਿਹਾ ਔਰ ਮੇਰੇ ਮਨ ਤੇ ਇਹ ਬੋਝ ਨਹੀਂ ਸੀ, ਅਸੀਂ ਅੱਗ ਲਾਉਣ ਵਾਲਿਆਂ 'ਚ ਨਹੀਂ ਸੀ, ਬੁਝਾਉਣ ਵਾਲਿਆਂ 'ਚ ਸੀ। ਸਸਪੈਂਡ ਪਾਰਟੀ ਨੇ ਕਰਤੇ ਸੀ? ਮੈਨੂੰ ਪਾਰਟੀ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣਾ ਵਜਨ ਦੇ ਕੇ ਜਾ ਕੇ ਸਸਪੈਂਡ ਕਰਵਾਇਆ ਸੀ। ਲੇਕਿਨ ਮੇਰੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਮਾਣ ਆ, ਮੈਨੂੰ ਇਸ ਗੱਲ ਦਾ ਵਿਸ਼ਵਾਸ ਆ ਵੀ ਅਸੀਂ ਝੂਠ ਨਹੀਂ ਬੋਲਿਆ। ਪਾਰਟੀ ਨੇ ਵੀ ਮੈਨੂੰ ਓਨ ਕੀਤਾ, ਮੈਂ ਉਸ ਪਾਰਟੀ 'ਚ ਹੀ ਕੰਮ ਕੀਤਾ, ਪੰਜਾਬ ਸਰਕਾਰ ਦੇ ਵਿੱਚ ਵੀ ਰਿਹਾ। ਨੋ ਡਾਊਟ ਵੀ ਗੱਲ ਇਹ ਆ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੀ ਇਹ ਕਹਿੰਦੇ ਹੈਗੇ ਆ ਰੌਲਾ ਪਾਉਂਦੇ ਫਿਰਦੇ ਹੈਗੇ ਆ, ਕਾਮਾ ਰੌਲੀ ਪਾਉਂਦੇ ਹੈਗੇ ਆ, ਅੱਜ ਪੰਜਾਬ ਦੇ ਜਿਹੜੇ ਸੈਂਡ ਦੀ ਗੱਲ ਕੀਤੀ ਸੀ, ਰੇਤੇ ਦੀ ਗੱਲ ਕੀਤੀ ਸੀ, ਉਹ ਰੇਤਾ ਅੱਜ ਖੇਤਾਂ ਦੇ ਵਿੱਚ ਜਾ ਕੇ ਦੇਖੋ, ਇੱਕ ਟਿੱਪਰ ਦੇ ਉੱਪਰ ਦੂਜਾ ਟਿੱਪਰ ਵੀ ਖੜਾ ਕਰ ਦਈਏ ਬਾਹਰ ਨਹੀਂ ਦਿਸਦਾ। ਔਰ ਫਿਰ ਉਹ ਘਰ ਘਰ ਦੀ ਗੱਲ ਬਣ ਗਈ, ਜੇ ਇੱਕ ਖੇਤ ਵਾਲਾ ਚੁਕਾਉਂਦਾ ਤੇ ਦੂਜੇ ਖੇਤ ਦੀਆਂ ਢਿੱਗਾਂ ਬਾਰਿਸ਼ ਦੇ ਨਾਲ ਉਹ ਵਿੱਚ ਗਿਰਨੀਆਂ ਸ਼ੁਰੂ ਹੋ ਜਾਂਦਾ, ਉਹ ਖਰਨਾ ਸ਼ੁਰੂ ਹੋ ਜਾਂਦਾ, ਫਿਰ ਨਾਲ ਦੇ ਨੂੰ ਵੀ ਚੁਕਾਉਣਾ ਪੈਂਦਾ। ਔਰ ਪਹਿਲਾਂ ਰੇਤੇ 'ਚ ਸਾਰੇ ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਨਾਸ ਮਾਰਿਆ ਔਰ ਉਹੀ ਜਿਹੜੀ ਲਾਈਨ ਸੀ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਕਾਂਗਰਸ ਵਾਲਿਆਂ ਨੇ ਅਡਾਪਟ ਕੀਤੀ। ਅੱਜ ਅੱਛਾ ਕੀ ਭਗਵੰਤ ਮਾਨ ਜਿਹੜੇ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਕੇ ਜਿੱਤਦਾ ਹੈਗਾ, ਕੀ ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ? ਔਰ ਇਹ ਸਾਰੇ ਰਲੇ ਮਿਲੇ ਹੋਏ ਹੈਗੇ ਆ ਔਰ ਕਿਸਾਨਾਂ ਨੂੰ ਇਹਨਾਂ ਨੂੰ ਸਮਝਣ ਦੀ ਲੋੜ ਹੈਗੀ ਆ। ਇਹ ਉਹੀ ਲੋਕ ਨੇ ਜਿਹੜੇ ਰੇਤਾ ਖਾਣੇ ਲੀਡਰ ਨੇ ਔਰ ਜਿਨ੍ਹਾਂ ਦੀਆਂ ਟਿੱਪਰ ਜਦੋਂ ਲੰਘਦੇ ਆ ਤਾਂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਔਰ ਬਾਰੀਆਂ ਥਰ-ਥਰ ਕੰਬਦੀਆਂ ਨੇ ਔਰ ਕਈ ਗਰੀਬਾਂ ਦੇ ਘਰਾਂ ਨੂੰ ਤੇੜਾਂ ਆ ਗਈਆਂ ਇਹਨਾਂ ਟਿੱਪਰਾਂ ਦੇ ਵਜਨ ਦੇ ਨਾਲ। ਔਰ ਅੱਜ ਵਿੱਚ ਬੈਠ ਕੇ ਕਹਿੰਦੇ ਅਸੀਂ ਕਿਸਾਨ ਹਿਤੈਸ਼ੀ ਆ, ਅਸੀਂ ਕਿਸਾਨਾਂ ਦੇ ਆ, ਕਿਸਾਨਾਂ ਨੂੰ ਇਹਨਾਂ ਨੂੰ ਪੁੱਛਣਾ ਬਣਦਾ ਹੈਗਾ ਵੀ ਇਹ ਜਿਹੜੇ ਰੇਤੇ ਦੇ ਟਿੱਪਰ ਦਿਨ ਪਰ ਰਾਤ ਚੱਲਦੇ ਰਹੇ, ਇਹ ਕਿਹਦੇ ਸੀ, ਅੱਜ ਤੱਕ ਰੁਕੇ ਕਿਉਂ ਨਹੀਂ? ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਹਨਾਂ ਨੂੰ ਪਾਠ ਪੜਾਉਂਦੇ ਹੈਗੇ ਆ, ਉੱਥੇ ਗੱਲ ਇਹ ਕਰਨੀ ਬਣਦੀ ਸੀ, ਉਹਨਾਂ ਪਿੰਡਾਂ ਦਾ ਹਾਲ ਜਾ ਕੇ ਪੁੱਛੋ ਵੀ ਜਿਨ੍ਹਾਂ ਦੇ ਲੱਗੇ ਹੋਏ ਆ ਟਿੱਪਰ ਔਰ ਸੜਕਾਂ ਟੁੱਟੀਆਂ ਪਈਆਂ ਨੇ, ਬਣਦੀਆਂ ਹੈ ਨਹੀਂ ਔਰ ਦਰਵਾਜ਼ੇ ਖੜਕਦੇ ਆ, ਮਕਾਨਾਂ ਨੂੰ ਤੇੜਾਂ ਆਈਆਂ ਪਈਆਂ ਨੇ। ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਿੱਚ ਹੈਗੀਆਂ ਨੇ, ਇਹ ਸਿਰਫ ਵੋਟਾਂ ਦੀ 2022 ਆ ਗਿਆ ਜੀ, 2022 ਆ ਗਿਆ, 2022 ਆ ਗਿਆ ਹੈਗਾ। ਇਸ ਕਰਕੇ ਭਰਾਵੋ ਇਹ ਜਿਹੜਾ ਆਰਡੀਨੈਂਸ ਆ ਉਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲਿਆਂਦਾ ਹੈਗਾ, ਕਿਸਾਨਾਂ ਦੇ ਹਿੱਤ ਲਈ ਲਿਆਂਦਾ ਹੈਗਾ। ਔਰ ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਸ਼੍ਰੀ ਨਰਿੰਦਰ ਸਿੰਘ ਦੀ ਤੋਮਰ ਸਾਹਿਬ ਔਰ ਖੇਤੀਬਾੜੀ ਮੰਤਰੀ ਸਾਹਿਬ, ਜਿਹੜੀ ਵੀ ਕੇਂਦਰ ਦੀ ਸਰਕਾਰ ਹੈਗੀ ਆ, ਅਸੀਂ ਬੈਠ ਕੇ ਜਿਹੜਾ ਵੀ ਸ਼ੱਕ ਸ਼ੁਬਾ ਹੋਊਗਾ ਸਾਰੀਆਂ ਜਥੇਬੰਦੀਆਂ ਨੂੰ ਬੁਲਾਵਾਂਗੇ, ਬਿਠਾ ਕੇ ਜਿਹੜੀ ਵੀ ਕੋਈ ਕਮੀ ਹੋਈ ਉਹ ਦੂਰ ਕਰਾਂਗੇ ਔਰ ਜਿਹੜਾ ਕੋਈ ਸ਼ੱਕ ਸ਼ੁਬਾ ਹੋਊਗਾ ਉਹ ਵੀ ਕੱਢਾਂਗੇ, ਕਿਉਂਕਿ ਅਸੀਂ ਕਿਸਾਨਾਂ ਦੇ ਫਾਇਦੇ ਦੀ ਗੱਲ ਕੀਤੀ ਹੈ, ਨੁਕਸਾਨ ਦੀ ਨਹੀਂ। ਜੇ ਕਿਸਾਨਾਂ ਦਾ ਦਬਾਅ ਬਣ ਗਿਆ, ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ, ਧੱਕੇ ਨਾਲ ਖੀਰ ਖਵਾਉਣ ਵਾਲੀ ਗੱਲ ਹੋ ਰਹੀ ਹੈ, ਫਿਰ ਉਹ ਵਾਪਸ ਵੀ ਲਿਆ ਜਾ ਸਕਦਾ ਬਿੱਲ। ਦੇਖੋ ਗੱਲ ਇਹ ਆ ਵੀ ਜਦੋਂ ਜਾ ਕੇ ਬੈਠਣਗੇ ਔਰ ਉਹ ਸਾਰਾ ਬੈਠ ਕੇ ਉਹਦੇ ਬਾਰੇ ਗੱਲਬਾਤ ਹੋਊਗੀ, ਜੇ ਕੋਈ ਕਮੀ ਹੋਊਗੀ ਜਾਂ ਜਿਹੜਾ ਕੋਈ ਸ਼ੰਕਾ ਹੋਊਗਾ ਉਹ ਕੇਂਦਰ ਸਰਕਾਰ ਦਾ, ਸਾਡੀ ਸਰਕਾਰ ਦਾ, ਭਾਰਤੀ ਜਨਤਾ ਪਾਰਟੀ ਦਾ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਜੀ ਹੋਣਾ ਦਾ, ਸਾਰਿਆਂ ਦਾ ਫਰਜ਼ ਬਣਦਾ ਹੈਗਾ। ਅਸੀਂ ਕਿਸਾਨਾਂ ਨੂੰ ਮਾਰਨ ਲਈ, ਉਹਨਾਂ ਨੂੰ ਖੇਤਾਂ 'ਚੋਂ ਉਜਾੜਨ ਲਈ ਨਹੀਂ ਲਿਆਂਦਾ। ਇਹਨਾਂ ਨੇ ਤਾਂ ਵਾਬ ਵੇਲਾ ਹੀ ਇੰਨਾ ਖੜਾ ਕਰਤਾ। ਉੱਥੇ ਬਿੱਲ 'ਚ ਜਗ੍ਹਾ ਜਗ੍ਹਾ ਲਿਖਿਆ ਹੈਗਾ ਵੀ ਜੇ ਕਿਸੇ ਨੇ ਠੇਕੇ ਤੇ ਜ਼ਮੀਨ ਦੇਣੀ ਆ, ਲੀਜ਼ ਤੇ ਦੇਣਾ ਹੈਗਾ, ਉਹ ਫਸਲ ਦਿੱਤੀ ਜਾਊਗੀ, ਨਾ ਕਿ ਜ਼ਮੀਨ ਦਿੱਤੀ ਜਾਊਗੀ। ਇਹ ਕਹਿੰਦੇ ਜੀ ਜ਼ਮੀਨ ਹੀ ਲੈ ਜਾਣੀ ਆ ਤੁਹਾਡੀ। ਫਿਰ ਉਹਦੇ 'ਚ ਇਹ ਸੀਗਾ ਵੀ ਜਦੋਂ ਕੇਸ ਕੋਰਟਾਂ ਦੇ ਵਿੱਚ ਜਾਂਦੇ ਆ ਔਰ ਉੱਥੇ ਮੁਕੱਦਮੇ ਜਿਹੜੇ ਹੈਗੇ ਆ ਉਹ 10-10, 15-15, 20-20 ਸਾਲ ਚੱਲੀ ਜਾਂਦੇ ਆ।
ਉਹ ਟਾਈਮ ਮਾਊਂਟ ਕਰਤਾ। ਫਿਰ ਉਹਦੇ ਵਿੱਚ ਇਹ ਕੀਤਾ ਹੈਗਾ ਵੀ ਪਹਿਲਾਂ ਕਿਸਾਨ ਤੇ ਉਹ ਜਿਹੜੇ ਲੋਕਾਂ ਨੇ ਜ਼ਮੀਨ ਲਈ ਹੈਗੀ ਆ ਉਹ ਬੈਠ ਕੇ ਆਪਦਾ ਦੋਈ ਧਿਰਾਂ ਬੈਠ ਕੇ ਉਹਨੂੰ ਸੋਲੂਸ਼ਨ ਨੂੰ ਹੱਲ ਕਰਨਗੀਆਂ। ਜੇ ਨਹੀਂ ਹੁੰਦਾ ਤਾਂ ਐਸਡੀਐਮ ਦੋ ਬੰਦੇ ਕਿਸਾਨਾਂ ਵੱਲੋਂ, ਦੋ ਉਸ ਪਾਰਟੀ ਵੱਲੋਂ ਬਿਠਾ ਕੇ ਉਹਨੂੰ ਸੋਲਵ ਕਰੂਗਾ। ਅਖੀਰ ਦੇ ਵਿੱਚ ਜੇ ਕੋਈ ਪ੍ਰੋਬਲਮ ਫੇਰ ਵੀ ਪੈਂਦੀ ਹੈਗੀ ਆ ਤਾਂ ਡਿਪਟੀ ਕਮਿਸ਼ਨਰ ਫੈਸਲਾ ਦਊਗਾ। ਔਰ ਹਰੇਕ ਲਾਈਨ ਦੇ ਨਾਲ ਲਿਖਿਆ ਹੈਗਾ ਵੀ ਜਿਹੜਾ ਫੈਸਲਾ ਹੈਗਾ ਉਹ ਕਿਸਾਨ ਪੱਖੀ ਹੋਊਗਾ। ਉਹ ਜਿਹੜਾ ਲੀਜ਼ ਤੇ ਆਇਆ ਜਾਂ ਠੇਕੇ ਤੇ ਆਇਆ ਜਿਹਨੇ ਫਸਲ ਦੀ ਲੀਜ਼ ਕੀਤੀ ਆ ਉਹਦੇ ਬਾਰੇ ਕੋਈ ਨਹੀਂ ਹੈਗਾ। ਔਰ ਜੇ ਉਹਨੇ ਸਟਰਕਚਰ ਵੀ ਖੇਤ 'ਚ ਖੜਾ ਕਰਤਾ, ਕੁਝ ਬਣਾ ਲਿਆ, ਜੇ ਤਾਂ ਉਹਨੇ ਲਾ ਕੇ ਲੈ ਕੇ ਜਾਣਾ ਲੈ ਜਾਵੇ, ਨਹੀਂ ਉਹ ਕਿਸਾਨ ਦੀ ਹੀ ਮਲਕੀਅਤ ਹੋਊਗਾ। ਤੇ ਫਿਰ ਕਿੱਥੇ ਦਬਦਬਾ ਹੋ ਜਾਊਗਾ। ਨਾਲੇ ਸਾਡੇ ਪਿੰਡ ਕੋਈ ਸ਼ਹਿਰ ਦੇ ਬਾਊ ਆ ਕੇ ਸਾਡੇ ਪਿੰਡਾਂ ਦੀ ਜ਼ਮੀਨ ਕਿਵੇਂ ਨੱਪ ਲੈਣਗੇ? ਸਾਰਾ ਪਿੰਡ ਇਕੱਠਾ, ਸਾਰਾ ਪੰਜਾਬ ਇਕੱਠਾ, ਸਾਰੀ ਲੀਡਰਸ਼ਿਪ ਤੱਕ ਇਕੱਠੀ ਆ। ਜਿਹੜੇ ਅਸੀਂ ਬਾਰਡਰਾਂ ਤੇ ਲੜਨ ਵਾਲੇ ਆ, ਜਿਹੜੇ ਅਸੀਂ ਚੀਨ ਨੂੰ ਪਿੱਛੇ ਭਜਾਉਣ ਵਾਲੇ ਆ, ਪਾਕਿਸਤਾਨ ਨੂੰ ਚਣੇ ਚਬਾਉਣ ਵਾਲੇ ਆ, ਤੇ ਸਾਡੀ ਜ਼ਮੀਨ ਤੇ ਕਿਹੜਾ ਕਬਜ਼ਾ ਕਰ ਲੂਗਾ? ਔਰ ਫਿਰ ਜਿਹੜਾ ਆਰਡੀਨੈਂਸ ਆ ਜਾਂ ਬਿੱਲ ਹੈਗਾ ਆਇਆ ਹੈ ਖੇਤੀਬਾੜੀ ਬਿੱਲ, ਉਹਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਹੈਗਾ ਵੀ ਕਿਸਾਨ ਦੀ ਜ਼ਮੀਨ ਦੇ ਨਾਲ ਕੋਈ ਲੀਜ਼ ਨਹੀਂ, ਕੋਈ ਠੇਕਾ ਨਹੀਂ, ਕੋਈ ਉਹਦਾ ਨੰਬਰ ਨਹੀਂ, ਸਿਰਫ ਤੇ ਸਿਰਫ ਫਸਲ ਬਾੜੀ ਦੀ ਹੋਊਗੀ। ਔਰ ਉਹਦੇ ਵਿੱਚ ਸਿਕਿਉਰ ਕੀਤਾ ਜਗ੍ਹਾ ਜਗ੍ਹਾ ਕਿਸਾਨ ਨੂੰ। ਲੇਕਿਨ ਠੀਕ ਹੈ ਵੀ ਜਿਹੜੇ ਇੱਕ ਪਾਸੇ ਸਰਕਾਰ ਹੀ ਲੱਗ ਜਵੇ, ਉਹਦਾ ਮੁੱਖ ਮੰਤਰੀ ਲੱਗ ਜਵੇ, ਆਪੋਜੀਸ਼ਨ ਦਾ ਲੀਡਰ ਲੱਗ ਜਵੇ, ਔਰ ਉਹਦੇ ਤੇ ਵਰਦੀ ਤੇ ਘਿਓ ਜਿਹੜਾ ਪਾਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ। ਵੀ ਪਹਿਲਾਂ ਕਹਿੰਦੇ ਚੰਗਾ ਜੀ ਚੰਗਾ ਜੀ ਚੰਗਾ ਜੀ, ਫਿਰ ਰਾਤ ਨੂੰ ਛੱਡ। ਤੁਸੀਂ ਕਹਿ ਰਹੇ ਹੋ ਬਲਦੀ ਤੇ ਤੇਲ ਪਾਇਆ। ਕਿਸਾਨ ਤਾਂ ਅਕਾਲੀਆਂ ਨੂੰ ਹਜੇ ਵੀ ਗਾਲਾਂ ਕੱਢਦੇ ਨੇ। ਕਿਸਾਨ ਤਾਂ ਕਹਿੰਦੇ ਨੇ ਕਿ ਧੋਖਾ ਇਹ ਕਰਦੇ ਨੇ। ਅਕਾਲੀਆਂ ਦਾ ਇਹ ਨਹੀਂ ਲੱਗਦਾ ਕਿ ਕਿਸਾਨ ਸੰਘਰਸ਼ ਦੀ ਮੂਵਮੈਂਟ ਕਰਦੇ ਨੇ। ਬਲਦੀ ਤੇ ਤੇਲ ਪਾਤਾ ਤੁਸੀਂ ਕਿਹਾ। ਅਸੀਂ ਬਿਲਕੁਲ ਪਾਇਆ ਜੀ ਉਹਨਾਂ ਨੇ। ਗੱਲ ਇਹ ਆ ਵੀ ਪਹਿਲਾਂ ਕਹਿੰਦੇ ਉਹ ਚੰਗਾ ਜੀ, ਫਿਰ ਰਾਤੋਂ ਰਾਤ ਮਾੜਾ ਹੋ ਗਿਆ। ਇਹਦਾ ਮਤਲਬ ਵੀ ਵੋਟਾਂ ਹੀ ਚਾਹੀਦੀਆਂ ਨੇ। ਤੁਸੀਂ ਉਹਨਾਂ ਨੂੰ ਸਹੀ ਦੱਸੋ। ਜਿਹੜਾ ਸਾਡਾ ਅਲਾਇੰਸ ਪਾਰਟਨਰ ਸੀ ਉਹ ਸਾਨੂੰ ਛੱਡ ਕੇ ਭੱਜਿਆ, ਜਿਹਦਾ ਫਰਜ਼ ਬਣਦਾ ਸੀ ਵੀ ਉਹਨਾਂ ਨੇ ਸਾਡੇ ਨਾਲ ਹਮੇਸ਼ਾ ਰਾਜ ਸੱਤਾ ਮਾਣੀ, ਲੋਕਾਂ ਨਾਲ ਧੱਕੇ ਧੋਖੇ ਵੀ ਕੀਤੇ, ਕਬਜ਼ੇ ਵੀ ਕੀਤੇ, ਵੀ ਕੁਝ ਕੀਤਾ ਉਹਨਾਂ ਨੇ, ਅਸੀਂ ਸਭ ਕੁਝ ਜਰਿਆ। ਲੇਕਿਨ ਜਦੋਂ ਕਿਸਾਨਾਂ ਨੂੰ ਸਮਝਾਉਣ ਦੀ, ਆਰਡੀਨੈਂਸ ਬਾਰੇ ਦੱਸਣ ਦੀ ਗੱਲ ਸੀ, ਜਿਹਦੇ ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲਾਈਵ ਹੋ ਕੇ ਬੋਲੇ ਸੀ, ਉਹ ਦੱਸਣਾ ਉਹਨਾਂ ਦਾ ਫਰਜ਼ ਬਣਦਾ ਸੀਗਾ। ਲੇਕਿਨ ਉਹਨਾਂ ਨੇ ਭੰਬਲ ਭੂਸਾ ਪਾਇਆ। ਇਸ ਕਰਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਹੋਰ ਰੋਹ ਦੇ ਵਿੱਚ ਆ ਗਈਆਂ। ਪਰ ਹੁਣ ਅਕਾਲੀ ਕਹਿੰਦੇ ਕਿ ਕੇਂਦਰੀ ਮੰਤਰੀਆਂ ਨੇ ਉਹਨਾਂ ਨੂੰ ਪੂਰੀ ਸੱਚਾਈ ਨਹੀਂ ਦੱਸੀ ਬਿੱਲਾਂ ਦੀ, ਸਾਨੂੰ ਧੋਖੇ 'ਚ ਰੱਖਿਆ। ਕਹਿੰਦੇ ਜਿਹੜੀ ਪਾਰਟੀ ਧੋਖਾ ਕਰਦੀ ਆ ਉਹਦੇ ਨਾਲ ਅਸੀਂ ਇੱਕ ਪਲ ਵੀ ਨਹੀਂ ਰਹਾਂਗੇ। ਇਹ ਪਲ ਛੱਡ ਕੇ ਇਹ ਤਾਂ ਸਰਕਾਰ ਵਿੱਚ ਸੀਗੇ। ਔਰ ਕਿਹੜੇ ਕੇਂਦਰੀ ਮੰਤਰੀ ਕੋਲੋਂ ਜਿਹੜਾ ਹੈਗਾ ਧੱਕਾ ਤੇ ਧੋਖਾ ਹੋ ਸਕਦਾ ਹੈਗਾ? ਔਰ ਜਦੋਂ ਸੁਖਬੀਰ ਸਿੰਘ ਬਾਦਲ ਜੀ ਉਹ ਸਾਰਾ ਦਿਖਾ ਕੇ ਬੋਲਦੇ ਸੀ ਵੀ ਇਹਦੇ ਵਿੱਚ ਕੋਈ ਇਹੋ ਜਿਹਾ ਨਹੀਂ ਹੈਗਾ, ਤੇ ਔਰ ਬਕਾਇਦਾ ਮੀਟਿੰਗਾਂ ਦੇ ਵਿੱਚ ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਰਿਹਾ ਹੀ। ਇਹ ਵੀ ਕਹੂੰਗਾ ਬਈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਇਸ ਬਿੱਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ। ਔਰ ਪੰਜਾਬ ਦੇ ਫਾਈਨਾਂਸ ਮਿਨਿਸਟਰ ਜਿਹੜੇ ਕਿ ਬਹੁਤ ਹੀ ਸੁਲਝੇ ਹੋਏ ਪੜ੍ਹੇ ਲਿਖੇ ਨੇ, ਔਰ ਹਰੇਕ ਵਾਰ ਤੋਂ ਖੱਲ ਤੱਕ ਲਾਉਣ ਜਾਂਦੇ ਹੈਗੇ ਸਰਦਾਰ ਮਨਪ੍ਰੀਤ ਸਿੰਘ ਬਾਦਲ, ਉਹਨਾਂ ਨੇ ਸਾਰਾ ਉਹ ਪੜ੍ਹਿਆ ਵਾਚਿਆ। ਕਿਸੇ ਨੇ ਨਹੀਂ ਆ ਕੇ ਦੱਸਿਆ ਵੀ ਅਸੀਂ ਸਾਈਨ ਕਰਕੇ ਆਏ ਆ, ਅਸੀਂ ਮੀਟਿੰਗਾਂ ਅਟੈਂਡ ਕੀਤੀਆਂ। ਜਦੋਂ ਕਿਸਾਨਾਂ ਨੇ ਗੱਲ ਕੀਤੀ ਹੈਗੀ ਆ ਵੀ ਤੁਸੀਂ ਉੱਥੇ ਗਏ ਆ, ਉਦੋਂ ਇਹਨਾਂ ਦਾ ਸੱਚ ਬਾਹਰ ਆਇਆ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸ਼੍ਰੋਮਣੀ ਅਕਾਲੀ ਦਲ ਨੇ, ਉਹਨਾਂ ਨੇ ਦੱਬ ਕੇ ਝੂਠ ਬੋਲਿਆ ਹੈਗਾ। ਹੁਣ ਹਕੀਕਤ ਸਾਰਿਆਂ ਦੇ ਸਾਹਮਣੇ ਆ ਰਹੀ ਹੈਗੀ ਆ। ਔਰ ਕਿਸਾਨ ਜਥੇਬੰਦੀਆਂ ਦੇ ਨਾਲ ਬੈਠਾਂਗੇ, ਔਰ ਇਹਨਾਂ ਦੇ ਸਾਈਨ ਵੀ ਦਿਖਾਵਾਂਗੇ, ਇਹਨਾਂ ਦੀਆਂ ਮੀਟਿੰਗਾਂ ਵੀ ਦਿਖਾਵਾਂਗੇ, ਔਰ ਉਹਨਾਂ ਨੂੰ ਸਾਰਾ ਬੈਠ ਕੇ ਡਿਸਕਸ ਕਰਾਂਗੇ। ਜਿਹੜੀ ਕੋਈ ਕਮੀ ਹੋਊਗੀ ਉਹ ਆਪਦੇ ਦੇਸ਼ ਦੇ ਨਾਗਰਿਕ ਹੈਗੇ ਆ, ਉਹਨਾਂ ਦੀਆਂ ਵੋਟਾਂ ਨਾਲ ਅਸੀਂ ਬਣੇ ਹੈਗੇ ਆ। ਸਾਨੂੰ ਉਹ ਚਾਹੀਦੇ ਆ, ਕਿਸਾਨ ਚਾਹੀਦੇ ਆ। ਜੇ ਕਿਸਾਨ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਜੇ ਉਹੀ ਖਰਾਬ ਹੋ ਗਈ ਜਾਂ ਉਹ ਸਾਡਾ ਸਰੀਰ ਹੀ ਵਿਗੜ ਗਿਆ ਤੇ ਸਾਡੇ ਪੱਲੇ ਕੀ ਆ? ਅਸੀਂ ਆਵਾਮ ਦੇ ਨਾਲ ਆ। ਅਸੀਂ ਕਿਸਾਨਾਂ ਦਾ ਇੱਕ ਹੋਰ ਵੀ ਰੋਸ ਹੈ। ਉਹ ਕਹਿੰਦੇ ਜਿਹੜੀ ਡਬਲ ਇਨਕਮ ਕਰਨੀ ਸੀ ਕਿਸਾਨੀ ਦੀ ਉਹ ਤਾਂ ਕੀਤੀ ਨਹੀਂ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਉਹ ਲਾਗੂ ਨਹੀਂ ਕੀਤੀ। ਇੱਕਦਮ ਬੰਬ ਸਿੱਟਤਾ, 3 ਬਿੱਲੇ ਆਂਦੇ ਜਿਹਦੇ ਨਾਲ ਕਿਸਾਨ ਪਰੇਸ਼ਾਨ ਹੋ ਗਏ। ਦੇਖੋ ਜਿਹੜਾ ਸਵਾਮੀਨਾਥਨ ਕਮਿਸ਼ਨ ਜਿਹਦੇ ਬਾਰੇ ਗੱਲ ਕਹਿ ਰਹੇ ਹੈਗੇ ਆ, ਉਹ ਜਦੋਂ ਸਾਡੀ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਸੀ ਉਸ ਸਮੇਂ ਚੌਧਰੀ ਰਾਜਨਾਥ ਸਿੰਘ ਜੀ ਕੇਂਦਰੀ ਖੇਤੀਬਾੜੀ ਮੰਤਰੀ ਸੀ, ਉਹਨਾਂ ਨੇ ਕਮਿਸ਼ਨ ਗਠਿਤ ਕੀਤਾ ਸੀ। ਜਦੋਂ ਸਰਕਾਰ ਸੱਤਾ ਤੋਂ ਲਾਂਭੇ ਚਲੀ ਗਈ ਤਾਂ ਉਸ ਦੇ ਇੰਚਾਰਜ ਸਵਾਮੀਨਾਥਨ ਜੀ ਬਣੇ। ਔਰ ਸਵਾਮੀਨਾਥਨ ਕਮਿਸ਼ਨ ਜੀ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਇੰਨੇ % ਲਾਭ ਮਿਲਣਾ ਚਾਹੀਦਾ ਹੈਗਾ, ਜਿੰਨਾ ਵੀ ਉਹਨਾਂ ਨੇ ਉੱਥੇ ਖਰਚਾ ਆਇਆ ਹੈਗਾ ਉਹਨੂੰ ਉਹ ਤੋਂ 50% ਉੱਪਰ ਹੋਣਾ ਚਾਹੀਦਾ। ਸਾਰਾ ਕੁਝ ਉਹ ਇਸ ਬਿੱਲ ਦੇ ਵਿੱਚ ਲਿਆ ਕੇ ਇੱਕ ਉਹ ਸਾਰਿਆਂ ਦੇ ਸਾਹਮਣੇ ਲਿਆਂਦਾ।
ਇਹ ਬਿੱਲ ਮਾੜਾ ਜੀ, ਇਹ ਕਾਲਾ ਕਾਨੂੰਨ ਆ ਗਿਆ ਜੀ, ਇਹ ਫਾਂਸੀ ਦਾ ਫੰਦਾ ਆ ਗਿਆ ਜੀ, ਅਸੀਂ ਜ਼ਮੀਨਾਂ ਤੋਂ ਬੇਘਰ ਹੋ ਜਾਾਂਗੇ ਜੀ, ਅਸੀਂ ਬਾਹਰਲਿਆਂ ਨਾਲ ਕਿੱਥੋਂ ਲੜਾਂਗੇ ਜੀ। ਇਹ ਤਰ੍ਹਾਂ ਦੇ ਸ਼ੱਕ ਸ਼ੁਬਾ ਜਿਹੜੇ ਪਾਏ ਗਏ ਹੈਗੇ ਆ। ਪਰ ਇਹ ਸਾਡਾ ਪਰਿਵਾਰ ਆ, ਕਿਸਾਨ ਸਾਡੇ ਨੇ, ਖੇਤ ਮਜ਼ਦੂਰ ਸਾਡੇ ਆ। ਅਸੀਂ ਨਾ ਕਿਰਤੀਆਂ ਦਾ ਨੁਕਸਾਨ ਹੋਣ ਦਈਏ, ਨਾ ਕਿਸਾਨਾਂ ਦਾ ਹੋਣ ਦਈਏ। ਔਰ ਇੱਕ ਮੈਂ ਹੋਰ ਵੀ ਕਹੂੰਗਾ, ਜੇ ਸੈਂਡ ਲੈਂਡ ਟਰਾਂਸਪੋਰਟ ਮੀਡੀਆ ਡਰੱਗਸ ਦੀ ਆਵਾਜ਼ ਚੱਕ ਕੇ ਜੇ ਮੈਂ ਸਾਲ ਡੇਢ ਸਾਲ ਘਰੇ ਬੈਠ ਸਕਦਾ ਸਸਪੈਂਡ ਹੋ ਕੇ, ਜੇ ਮੇਰੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੋਊਗਾ, ਮੇਰੇ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੋਊਗਾ, ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਊਗੀ। ਇਸ ਕਰਕੇ ਮੈਨੂੰ ਵਿਸ਼ਵਾਸ ਆ ਵੀ ਪਾਰਟੀ ਰਾਈਟ ਵੇ ਆ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਰਾਈਟ ਵੇ ਨੇ, ਔਰ ਨਰਿੰਦਰ ਸਿੰਘ ਤੋਮਰ ਹੋਣਾ ਨੇ ਕਿਸਾਨਾਂ ਦੇ ਪੱਖੀ ਬਿੱਲ ਲਿਆਂਦਾ ਹੈਗਾ। ਹਾਂ, ਇੱਕ ਜਿਹੜੀ ਗੱਲ ਕਹਿ ਰਹੇ ਹੈਗੀ ਆ ਵੀ ਕਿਸਾਨਾਂ ਦੀ ਆਮਦਨ ਦੁੱਗਣੀ, ਉਹ ਵਾਅਦਾ ਕੀਤਾ ਸੀ, ਵਾਅਦਾ ਨਿਭਾਵਾਂਗੇ ਵੀ। ਹੁਣ ਹਾਲਾਤ 70 ਸਾਲਾਂ 'ਚ ਉਹ ਬਣਾਤੇ। ਹੁਣ ਦਿੱਲੀ ਦੇ ਬਾਹਰ ਜਦੋਂ ਆਪਾਂ ਜਾਂਦੇ ਆ, ਵੱਡੇ ਵੱਡੇ ਕੂੜੇ ਦੇ ਡੰਪ ਨੇ, ਜੇ ਉੱਥੇ ਖੋਖਰ ਸਾਹਿਬ ਤੁਹਾਨੂੰ ਭੇਜ ਦਈਏ ਜਾ ਕੇ ਲਾ ਦਈਏ ਵੀ ਇਹਨੂੰ ਹੁਣ ਰਾਤੋਂ ਰਾਤ ਸਾਫ਼ ਕਰ ਦਿਓ, ਉਹ ਬਿਲਕੁਲ ਨਹੀਂ ਹੋਣੇ, ਚਾਹੇ ਜਿੰਨੀਆਂ ਮਰਜ਼ੀ JCBਆਂ ਤੇ ਹੋਰ ਲੱਲਾ ਭੱਬਾ ਲਾ ਲਿਓ। ਸਮਾਂ ਤਾਂ ਲੱਗਦਾ, ਲੇਕਿਨ ਇਹ ਜ਼ਰੂਰ ਆ ਵੀ ਜੇ 2022 ਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਟਾਈਮ ਦਿੱਤਾ ਤਾਂ ਉਹ ਅਸੀਂ ਬਿਲਕੁਲ ਪੂਰਾ ਕਰਾਂਗੇ। ਕਿਉਂਕਿ ਸਾਡਾ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਉਹ ਕਰਨੀ ਦੇ ਤੇ ਕਥਨੀ ਦੇ ਪੂਰੇ ਨੇ, ਪੱਕੇ ਨੇ। ਐਵੇਂ ਨਹੀਂ ਜਿਹੜੇ US ਦਾ ਪ੍ਰੈਜ਼ੀਡੈਂਟ ਉੱਠ ਕੇ ਖੜਾ ਹੁੰਦਾ ਰੈੱਡ ਕਾਰਪਟ ਵਿਛਦੇ। ਸਾਡੇ ਮੁਲਕ ਦੀ ਔਕਾਤ ਕੀ ਸੀ ਉਹਨਾਂ ਮੁਲਕਾਂ ਦੇ ਸਾਹਮਣੇ? ਅੱਜ ਜੇ ਵਰਲਡ ਦੇ ਵਿੱਚ ਅਸੀਂ ਸਰਦਾਰੀ ਕਾਇਮ ਆ ਤਾਂ ਉਸ ਪ੍ਰਧਾਨ ਮੰਤਰੀ ਦੀ ਬਦੌਲਤ ਆ। ਔਰ ਭਾਰਤੀ ਜਨਤਾ ਪਾਰਟੀ ਕਦੇ ਵੀ ਕਿਸਾਨਾਂ ਦੇ ਖਿਲਾਫਤ ਨਹੀਂ ਹੋਣ ਦਊਗੀ। ਔਰ ਜਿਹੜਾ ਵੀ ਅਸੀਂ ਬੈਠ ਕੇ ਮਾਮਲਾ ਸੌਰਟ ਆਊਟ ਕਰਾਂਗੇ, ਕਿਸਾਨ ਜਥੇਬੰਦੀਆਂ ਨਾਲ ਬੈਠਾਂਗੇ, ਔਰ ਇਹ ਜਿਹੜਾ ਮਸਲਾ ਹੈਗਾ ਜਲਦੀ ਸੋਲਵ ਹੋਊਗਾ। ਗੁਰਿਆ ਸਾਹਿਬ, ਆਪਾਂ ਪੰਜਾਬ ਦੇ ਮਾਫੀਆ ਰਾਜ ਦੀ ਗੱਲ ਕਰ ਲਈਏ ਦੁਬਾਰੇ। ਤੁਸੀਂ ਕਿਹਾ ਕਿ ਮੈਂ ਸੁਰਖੀਆਂ 'ਚ ਰਿਹਾ, ਜੋ ਮਾਫੀਆ ਰਾਜ ਸੀ ਉਹਦੇ ਖਿਲਾਫ ਬਿਆਨਬਾਜ਼ੀ ਕੀਤੀ ਤਾਂ ਉਹਨੂੰ ਸਸਪੈਂਡ ਕਰਵਾ ਦਿੱਤਾ ਗਿਆ। ਫਿਰ ਜਿਹੜੇ ਤੁਹਾਡੇ BJP ਦੇ ਬਾਕੀ ਲੀਡਰ ਕਿਉਂ ਚੁੱਪ ਰਹੇ? ਇੱਕ ਦੋ ਮੰਤਰੀਆਂ ਤੇ ਵੀ ਦੋਸ਼ ਲੱਗੇ ਸਨ ਕਿ ਉਹ ਵੀ ਮਾਫੀਆ ਰਾਜ ਦਾ ਹਿੱਸਾ ਨੇ, ਕਮਾਈ ਮੋਟੀ ਕਰਨ ਲੱਗੇ, ਚਾਹੇ ਉਹ ਭੂ ਮਾਫੀਆ ਹੋਵੇ, ਚਾਹੇ ਉਹ ਰੇਤ ਮਾਫੀਆ ਹੋਵੇ। ਕਿਤੇ ਨਾ ਕਿਤੇ ਫਿਰ ਹੋਰ BJP ਵਾਲਿਆਂ ਦੇ ਉਦੋਂ ਮਤਲਬ ਕਿਉਂ ਨਹੀਂ ਆਵਾਜ਼ ਉਠਾਈ? ਉਹ ਕਿਉਂ ਚੁੱਪ ਕਰ ਗਏ? ਉਹਦੇ ਵਿੱਚ ਇਹ ਸੀਗਾ ਜੀ, ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੀ ਇੰਨਾ ਸੀ। ਮੈਨੂੰ ਕਹਿੰਦੇ ਜੀ ਤੁਹਾਡੀ ਕਿਉਂ ਨਹੀਂ ਗੱਲ ਸੁਣੀ ਗਈ? ਮੈਂ ਕਿਹਾ ਜੀ ਮੇਰਾ ਜਿਹੜਾ ਕੱਦ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿੱਡਾ ਨਹੀਂ ਸੀਗਾ। ਮੈਂ ਆਪਦੀ ਗੱਲ ਰੱਖੀ। ਔਰ ਉਹ ਜਿਹੜੀ ਗੱਲ ਆ ਨਾ ਵੀ ਅਸੀਂ ਅੱਗ ਲਾਉਣ ਵਾਲਿਆਂ 'ਚ ਨਹੀਂ ਸੀ, ਬੁਝਾਉਣ ਵਾਲਿਆਂ 'ਚ ਸੀ। ਦੂਜੀ ਗੱਲ ਇਹ ਆ ਵੀ ਇੱਕ ਮੈਂ ਹੋਰ ਵੀ ਕਹਿਣਾ ਵੀ ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਨੇ, ਔਰ ਅਸੀਂ ਇੱਕ ਇਹ ਵੀ ਵਾਅਦਾ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੌਕਾ ਮਿਲਿਆ ਤਾਂ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤੇ ਹੋਰ ਜਿਹੜੀਆਂ ਬੇਹੁਰਮਤੀਆਂ ਹੋਈਆਂ ਨੇ, ਔਰ ਜਿਹੜਾ ਸਾਡੇ ਗੁਰੂ ਦਾ ਨਿਰਾਦਰ ਹੋਇਆ ਹੈਗਾ, ਹੋਰ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਹੋਇਆ, ਉਹ ਜ਼ਰੂਰ ਬੰਦੇ ਜੇਲ੍ਹਾਂ ਦੇ ਵਿੱਚ ਜ਼ਰੂਰ ਸੜਨਗੇ। ਔਰ ਇਸ ਗੱਲ ਦਾ ਵਾਅਦਾ ਵੀ ਕਰਦੇ ਹੈਗੇ ਆ। ਔਰ ਦੂਜੀ ਗੱਲ ਇਹ ਆ ਵੀ ਕਿਸਾਨਾਂ ਦਾ ਕਦੇ ਨੁਕਸਾਨ ਨਹੀਂ ਹੋਣ ਦੇਵਾਂਗੇ, ਕਿਉਂਕਿ ਭਾਰਤ ਜਿਹੜਾ ਹੈਗਾ ਉਹ ਪਿੰਡਾਂ ਦਾ ਦੇਸ਼ ਹੈਗਾ। ਇਹ ਨਹੀਂ ਹੈਗਾ ਵੀ ਕਿਸਾਨ ਜਿਹੜਾ ਹੈਗਾ ਸਾਡਾ ਸੜਕਾਂ ਤੇ ਬੈਠੇ, ਉਹ ਪਟੜੀਆਂ ਤੇ ਬੈਠੇ। ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਆਪਦੇ ਭਵਿੱਖ ਦੇ ਪ੍ਰਤੀ ਉਹਨਾਂ ਨੂੰ ਨਿਰਾਸ਼ਾ ਦਿਸੇ, ਬਿਲਕੁਲ ਨਹੀਂ ਹੋਊਗੀ। ਤੁਸੀਂ BJP ਕਿਸਾਨ ਮੋਰਚਾ ਦੇ ਕੌਮੀ ਪੱਧਰ ਦੇ ਲੀਡਰ ਹੋ, ਕਿਸਾਨਾਂ ਦਾ ਜਿਹੜਾ ਮਸਲਾ ਕਦੋਂ ਤੱਕ ਹੱਲ ਹੋਣ ਦੀ ਸੰਭਾਵਨਾ? ਕਿਉਂਕਿ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਕਾਫੀ ਮੋਦੀ ਖਿਲਾਫ ਜਾਂ ਕੇਂਦਰ ਸਰਕਾਰ ਖਿਲਾਫ ਕਾਫੀ ਰੋਸ ਬਣਿਆ ਹੋਇਆ। ਦੇਖੋ, ਜਦੋਂ ਜਮਾਂ ਹੀ ਤਸਵੀਰ ਆਪਾਂ ਉਲਟੀ ਦਿਖਾ ਦਈਏ ਤਾਂ ਗੁੱਸਾ ਆ ਹੀ ਜਾਂਦਾ। ਜਦੋਂ ਆਪਾਂ ਦੋ ਹੀ ਤਰ੍ਹਾਂ ਦੀ ਗੱਲ ਸੁਣਾਂਗੇ, ਵਿੱਚੋਂ ਨਿਚੋੜ ਨਿਕਲੂਗਾ, ਤਾਂ ਉਹ ਜਿਹੜਾ ਗਲਤ ਨੂੰ ਗਲਤ, ਸਹੀ ਨੂੰ ਸਹੀ ਹਰੇਕ ਨੂੰ ਕਹਿਣਾ ਪੈਣਾ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਪੈਣਾ। ਔਰ ਵੱਡੀ ਗੱਲ ਇਹ ਆ ਵੀ ਲੋਕਾਂ ਨੂੰ ਪੁੱਛਣਾ ਬਣਦਾ ਹੈਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਾਰੇ ਕਹਿੰਦੇ ਹੈਗੇ ਆ, ਔਰ ਸਾਰੇ ਆਵਾਮ ਨੂੰ ਪਤਾ ਹੈਗਾ। ਔਰ ਮੈਂ ਤਾਂ ਇਹ ਵੀ ਕਹਿਣਾ ਵੀ ਕਿਉਂ ਨਹੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬੁਲਾਉਂਦੇ? ਕੀ ਜੇ ਬੀੜ ਨੂੰ ਖੰਡਿਤ ਕਰਨਾ, ਕਿਸੇ ਧਾਰਮਿਕ ਗ੍ਰੰਥ ਨੂੰ ਖੰਡਿਤ ਕਰਨਾ, ਉਹੀ ਨਿਰਾਦਰੀ ਤੇ ਬੇਹੁਰਮਤੀ ਆ? ਇਹਨਾਂ ਨੂੰ ਕਿਹਨੇ ਕਿਹਾ ਸੀਗਾ ਵੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਤੁਸੀਂ ਸਟੇਜ ਤੇ ਚੜ੍ਹ ਕੇ ਤੁਸੀਂ ਉੱਥੇ ਸਹੁੰ ਖਾਓ? ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਬੇਅਦਬੀ ਕੀਤੀ ਆ, ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਆ, ਬਾਣੀ ਦੀ ਬੇਅਦਬੀ ਕੀਤੀ ਹੈਗੀ ਆ। ਇਹ ਜਿਹੜਾ ਸਾਡੇ ਗ੍ਰੰਥ ਖੰਡਿਤ ਹੋਏ ਆ, ਇਹ ਉਹਦੇ ਬਰਾਬਰ ਦੀ ਨਿਰਾਦਰ ਆ। ਔਰ ਇਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹਨਾਂ ਨੂੰ ਬੁਲਾ ਕੇ ਪੁੱਛਣਾ ਚਾਹੀਦਾ, ਤਾਂ ਕਿ ਕੱਲ ਨੂੰ ਇਹੋ ਜਿਹਾ ਕੋਈ ਵੀ ਲੀਡਰ ਇਉਂ ਨਾ ਕਰੇ ਵੀ ਬਾਣੀ ਚੱਕ ਕੇ ਸਹੁੰ ਖਾ ਕੇ ਸੱਤਾ ਦੇ ਵਿੱਚ ਆ ਜਾਵੇ। ਫਿਰ
ਮੈਂ ਜੀ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰੂੰਗਾ, ਉਹ ਚਾਹੇ ਨੈਸ਼ਨਲਾਈਜ਼ ਬੈਂਕਾਂ ਹੋਣ, ਚਾਹੇ ਕੋਆਪਰੇਟਿਵ ਹੋਵੇ, ਚਾਹੇ ਆੜਤੀਆਂ ਦਾ ਹੋਵੇ, ਬਿਲਕੁਲ ਉਹ ਜਿਹੜਾ ਹੈਗਾ ਫਲॉप ਹੋਇਆ। ਫਿਰ ਇਹ ਗੱਲ ਤਾਂ ਅਕਾਲੀਆਂ ਦੇ ਫਿੱਟ ਬੈਠਦੀ ਆ। ਸੁਣ ਤਾਂ ਅਕਾਲੀ ਦਲ ਵੀ ਕਹਿ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਕੈਪਟਨ ਨੂੰ ਪੁੱਛੋ, ਕਿਉਂਕਿ ਇਹ ਤਾਂ ਉਹਦੇ ਫਿੱਟ ਬੈਠਦੇ। ਸਿਆਸੀ ਤੌਰ ਤੇ ਕੈਪਟਨ ਦਾ ਨੁਕਸਾਨ ਹੋ ਸਕਦਾ। ਤੁਸੀਂ ਵੀ ਕੋਈ ਇਹਦੇ ਬਾਰੇ ਲਿਖਤੀ ਕਰੋਗੇ? ਸਿਆਸਤ ਇਹਦੇ ਵਿੱਚ ਕੋਈ ਨਹੀਂ ਹੈ। ਇਹਦੇ ਵਿੱਚ ਇਹ ਆ ਵੀ ਉਸੇ ਟੀਵੀ ਮੂਹਰੇ ਮੈਂ ਬੈਠਾ ਸੀ, ਉਸੇ ਟੀਵੀ ਦੇ ਮੂਹਰੇ ਆਵਾਮ ਬੈਠਾ ਸੀ ਜਦੋਂ ਰਾਜਾ ਗੁਟਕਾ ਚੱਕ ਕੇ ਲਾਈਵ ਹੋ ਕੇ ਕਹਿ ਰਿਹਾ ਸੀ। ਦੂਜੀ ਗੱਲ ਇਹ ਆ ਵੀ ਘਰ ਘਰ ਨੌਕਰੀ, ਮੋਬਾਈਲ ਫੋਨ, ਔਰ ਫਿਰ ਬਜ਼ੁਰਗਾਂ ਨੂੰ ਪੈਨਸ਼ਨ, ਔਰ ਈਵਨ ਦਲਿਤ ਜਿਹੜੇ ਸਾਡੇ ਵਿਦਿਆਰਥੀ ਸੀ ਉਹਨਾਂ ਦਾ ਇੰਨਾ ਵਜ਼ੀਫਾ ਇਹ ਢਕਾਰ ਗਏ ਹੈਗੇ ਆ। ਔਰ ਜਦੋਂ ਇੰਨੇ ਪਾਪ ਕੁਕਰਮ ਕਰ ਲਏ ਸਰਕਾਰ ਨੇ, ਤਾਂ ਫਿਰ ਸਿਰਫ ਤੇ ਸਿਰਫ ਕਿਸਾਨ ਰਹਿ ਗਿਆ। ਉਹਨੂੰ ਸੱਦ ਕੇ ਔਰ ਕੇਂਦਰ ਦੇ ਖਿਲਾਫ ਇੱਕ ਮੋਰਚਾ ਖੜਾ ਕਰਤਾ, ਵਾਵਵੇਲਾ ਖੜਾ ਕਰਤਾ, ਔਰ ਆਪਦੇ ਜਿਹੜੇ ਮਾੜੇ ਕਰਮ ਸੀ ਜਾਂ ਜਿਹੜਾ ਝੂਠ ਬੋਲਿਆ ਸੀ ਉਹਦੇ ਤੇ ਸਿਰਫ ਪਰਦਾ ਪਾਇਆ ਹੈਗਾ। ਔਰ ਬਿਲਕੁਲ ਸਿਆਸਤ ਹੋ ਰਹੀ ਹੈਗੀ ਆ, ਔਰ ਸਿਆਸੀ ਪਾਰਟੀਆਂ ਵੱਲੋਂ ਸਿਆਸਤ ਹੋ ਰਹੀ ਆ। ਔਰ ਕਿਸਾਨਾਂ ਨੂੰ ਪੁੱਛਣਾ ਚਾਹੀਦਾ ਹੈਗਾ ਵੀ ਇਹ ਕਾਂਗਰਸ ਦਾ ਝੰਡਾ ਜੀ, ਆਮ ਆਦਮੀ ਪਾਰਟੀ ਦਾ ਝੰਡਾ ਜੀ, ਅਕਾਲੀਆਂ ਦਾ ਝੰਡਾ, ਕਿਸਾਨ ਦਾ ਝੰਡਾ ਕਿੱਥੇ ਆ? ਕਿਸਾਨ ਦਾ ਝੰਡਾ ਕਿੱਥੇ ਆ? ਇਸ ਕਰਕੇ ਮੈਂ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਅਸੀਂ ਤੁਹਾਡੇ ਨਾਲ ਆ, ਔਰ ਕੋਈ ਨਾਰਾਜ਼ਗੀ ਦੇ ਵਿੱਚ ਨਹੀਂ ਆਉਣਾ ਹੈਗਾ। ਠੀਕ ਆ, ਤੁਹਾਨੂੰ ਇਹਨਾਂ ਨੇ ਗਲਤ ਜਿਹੜਾ ਹੈਗਾ ਪ੍ਰਚਾਰ ਕਰਕੇ ਇਸ ਸਥਿਤੀ 'ਚ ਲਿਆਂਦਾ ਹੈਗਾ, ਲੇਕਿਨ ਕੋਸ਼ਿਸ਼ ਹੈਗੀ ਆ ਵੀ ਜਲਦੀ ਸੜਕਾਂ ਤੋਂ, ਰੇਲ ਪਟੜੀਆਂ ਤੋਂ ਆਪਣੇ ਭਰਾਵਾਂ ਨੂੰ ਬਰਾਬਰ ਬਿਠਾ ਕੇ ਉਹਨਾਂ ਦੀ ਗੱਲਬਾਤ ਕਰਦੇ ਹੋਏ ਇਸ ਚੀਜ਼ ਨੂੰ ਨੇਪਰੇ ਚਾੜਾਂਗੇ। ਗਰੇਵਾਲ ਸਾਹਿਬ, ਸਿਆਸੀ ਤੌਰ ਤੇ ਹੁਣ ਜਦੋਂ ਗੱਠਜੋੜ ਟੁੱਟ ਗਿਆ ਪੰਜਾਬ ਦੇ ਵਿੱਚੋਂ, ਅਗਲਾ ਗੱਠਜੋੜ ਕਿਹੜੀ ਪਾਰਟੀ ਨਾਲ ਤੁਹਾਡਾ ਹੋ ਸਕਦਾ? ਕਿਉਂਕਿ ਬੀਜੇਪੀ ਦੇ ਹੱਥ ਦੇ ਵਿੱਚ ਹਿੰਦੂ ਵੋਟਾਂ ਜ਼ਿਆਦਾ ਹੈਗੀਆਂ ਨੇ। ਹਿੰਦੂਆਂ ਦੀਆਂ ਵੋਟਾਂ ਉਨੀਆਂ ਹੈ ਨਹੀਂ ਜਿੰਨੀਆਂ ਸਿੱਖਾਂ ਦੀਆਂ ਵੋਟਾਂ ਨੇ ਪੰਜਾਬ 'ਚ ਜਾਂ ਜੱਟਾਂ ਦੀਆਂ ਵੋਟਾਂ ਨੇ। ਫਿਰ ਕਿਹਦੇ ਨਾਲ ਗੱਠਜੋੜ ਹੋਣ ਦੀ ਸੰਭਾਵਨਾ? ਤੇ ਹੁਣੇ ਤੋਂ ਤੁਸੀਂ ਕੋਈ ਇਹਦੇ ਬਾਰੇ ਸਮੀਕਰਨ ਚੇਂਜ ਕਰਨ ਬਾਰੇ ਜਾਂ ਗੱਠਜੋੜ ਬਾਰੇ ਗੱਲਬਾਤ ਚਲਾਉਣ ਲੱਗੇ ਕਿ ਨਹੀਂ? ਇਹਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਆ, ਇਹ ਸੰਗਠਨ ਨਾਲ ਜੁੜੀ ਹੋਈ ਪਾਰਟੀ ਆ। ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਵੇਲੇ ਤੋਂ, ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਵੇਲੇ ਤੋਂ, ਮੁਰਲੀ ਮਨੋਹਰ ਜੋਸ਼ੀ ਹੋਣਾ ਦੇ ਵੇਲੇ ਤੋਂ, ਪੁਰਾਣੇ ਸਾਡੇ ਆਗੂਆਂ ਦੇ ਵੇਲੇ ਤੋਂ ਇਹ ਹੁੰਦਾ ਸੀ ਵੀ ਸਾਡੀ ਜਿਹੜੀ ਲੜਾਈ ਹੈਗੀ ਆ ਉਹ ਵਿਚਾਰਾਂ ਦੀ ਲੜਾਈ ਹੈਗੀ ਆ। ਅਸੀਂ ਜਿੱਤਣ ਲਈ ਨਹੀਂ ਲੜਦੇ। ਸਾਡਾ ਮਸਲਾ ਇਹ ਆ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਕੰਮ ਨੇ, ਔਰ ਜਿਹੜਾ ਕਿਸਾਨਾਂ ਲਈ ਵਧੀਆ ਹੋਇਆ, ਕਿਰਤੀਆਂ ਲਈ ਵਧੀਆ ਹੋਇਆ, ਹੋਰ ਜਿਹੜਾ ਉਹ ਵਧੀਆ ਕਰਨ ਜਾ ਰਹੇ ਹੈਗੇ ਆ। ਕਿਉਂਕਿ ਤੁਸੀਂ ਆਪ ਦੇਖ ਲਓ ਵੀ ਪ੍ਰਧਾਨ ਮੰਤਰੀ ਸਵਰਗਵਾਸੀ ਰਾਜੀਵ ਜੀ ਕਿਹਾ ਕਰਦੇ ਸੀ, ਉਹ ਕਹਿੰਦੇ ਸੀ ਮੈਂ 1 ਲੱਖ ਭੇਜਦਾ 15,000 ਲੱਗਦਾ। ਇੱਥੇ ਜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਖਾਤਿਆਂ 'ਚ 500 ਵੀ ਭੇਜਿਆ ਤੇ ਡਾਇਰੈਕਟ ਆਇਆ। ਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਇਆ ਤਾਂ ਡਾਇਰੈਕਟ ਆਇਆ। ਔਰ ਜਿਹੜੇ ਵੀ ਅਸੀਂ ਇਹ ਸਿਸਟਮ ਮੇਨਟੇਨ ਕੀਤਾ ਹੈਗਾ, ਆਨਲਾਈਨ ਸਿਸਟਮ ਕੀਤਾ, ਬੈਂਕ ਦਾ ਸਿਸਟਮ ਕੀਤਾ, ਵਿੱਚੋਂ ਅਸੀਂ ਲੋਕਾਂ ਨੂੰ ਜਿਹੜੇ ਖਾ ਕੇ ਘਰੇ ਢਕਾਰ ਮਾਰਦੇ ਸੀ ਉਹਨਾਂ ਨੂੰ ਖਤਮ ਕੀਤਾ। ਇਹ ਜਿਹੜਾ ਮੰਡੀਆਂ ਵਾਲਾ ਕਾਨੂੰਨ ਆ ਉਹਦੇ ਵਿੱਚ ਵੀ ਇਹੀ ਕੋਸ਼ਿਸ਼ ਆ ਵੀ ਜਿਹੜਾ ਵਿਚੋਲਾ ਦੇ ਵਿੱਚ ਜਿਹੜੇ ਲੋਕ ਗ੍ਰੈਬ ਕਰ ਜਾਂਦੇ ਹੈਗੇ ਆ, ਵਿੱਚੋਂ ਵਿੱਚ ਗ੍ਰੈਬ ਕਰ ਜਾਂਦੇ ਹੈਗੇ ਆ, ਵੀ ਠੀਕ ਆ ਕਿਸੇ ਦਾ ਹੱਕ ਬਣਦਾ ਤਾਂ ਜਾਇਜ਼ ਆ। ਜੇ ਉਹਨੇ ਪੈਸੇ ਜਿਹਨੇ ਮਿਹਨਤ ਕੀਤੀ ਆ, ਫਸਲ ਬੀਜੀ ਆ, ਉਹਦੀ ਰਾਖੀ ਕੀਤੀ ਆ, ਉਹਨੂੰ ਪਾਲਿਆ ਪੁੱਤਾਂ ਵਾਂਗੂ, ਔਰ ਉਹ ਜਦੋਂ ਖੇਤਾਂ ਦੇ ਵਿੱਚੋਂ ਵੇਚਣ ਆਇਆ ਤੇ ਉਹਨੂੰ ਤਾਂ ਘੱਟ ਮਿਲਣ, ਜਿਹੜਾ ਦੂਜਾ ਹੈਗਾ ਵਿੱਚ ਵਿਚਾਲੇ ਬੈਠਾ ਹੈਗਾ ਤੇ ਉਹ ਉਹਨੂੰ ਕਈ ਗੁਣਾ ਵੱਧ ਕਰਕੇ ਬੈਠ ਜਾਵੇ। ਇਸ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇਹ ਇੱਕ ਕੋਸ਼ਿਸ਼ ਹੈਗੀ ਆ ਵੀ ਜਿਹੜਾ ਵੀ ਜਿਹਦਾ ਪੈਸਾ ਹੈਗਾ ਉਹਦਾ ਸਿੱਧਾ ਉਹਨੂੰ ਮਿਲੇ, ਔਰ ਵਿੱਚੋਂ ਜਿਹੜੇ ਲੋਕ ਨੇ ਜਿਹੜੇ ਗ੍ਰੈਬ ਕਰਦੇ ਹੈਗੇ ਆ, ਹਾਂ ਸਸਤਾ ਅਨਾਜ ਜਿਨ੍ਹਾਂ ਨੂੰ ਮਿਲਣਾ ਸਸਤਾ ਅਨਾਜ ਮਿਲੇ, ਜਿਹਨੂੰ ਫਸਲ ਦਾ ਲਾਹੇਵੰਦ ਭਾਅ ਮਿਲਣਾ ਲਾਹੇਵੰਦ ਭਾਅ ਮਿਲੇ, ਔਰ ਜਿਹੜਾ ਇੱਥੇ ਮੁਲਕ ਜਿਹੜਾ ਹੈਗਾ ਇਹ ਵੀ ਸਿਸਟਮ ਦੇ ਨਾਲ ਚੱਲੇ। ਜਿਹੜੇ ਉਹਦੇ ਲਈ ਤਾਂ ਇੱਕ ਹੱਲ ਇਹ ਹੈ ਕਿ ਡਾਇਰੈਕਟ ਕਿਸਾਨ ਮਾਰਕੀਟਿੰਗ ਕਰਨ, ਡਾਇਰੈਕਟ ਮੰਡੀਆਂ 'ਚ ਖਪਤਕਾਰ ਕੋਲ ਸਿੱਧੇ ਜਾਣ। ਕਿਸਾਨ ਮੰਡੀਆਂ ਪੰਜਾਬ 'ਚ ਲੱਗੀਆਂ ਸੀ, ਪਰ ਉਹਦੇ ਵਿੱਚ ਵੀ ਲੋਕ ਭਈਆ ਮੰਡੀਆਂ ਉਹਨਾਂ ਨੂੰ ਕਹਿਣ ਲੱਗ ਗਏ। ਕਿਸਾਨ ਫੇਰ ਨਹੀਂ ਉਹਨਾਂ ਮੰਡੀਆਂ 'ਚ ਗਏ, ਕਿਉਂਕਿ ਜਿਹੜੇ ਕਿਸਾਨ ਵੀ ਉੱਥੇ ਸਬਜ਼ੀਆਂ ਤੇ ਫਲ ਵੇਚਦੇ ਆ, ਉਹ ਵੀ ਵੱਡੀਆਂ ਮੰਡੀਆਂ 'ਚੋਂ ਲਿਆ ਕੇ ਵੇਚਦੇ ਆ, ਆਪਣੇ ਖੇਤਾਂ 'ਚੋਂ ਲਿਆ ਕੇ ਨਹੀਂ ਵੇਚਦੇ। ਉਹ ਕਿਸਾਨ ਹੋਰ ਨੇ ਮੰਡੀਆਂ 'ਚ ਜਾਣ ਵਾਲੇ, ਜਿਨ੍ਹਾਂ ਕਿਸਾਨਾਂ ਦੀ ਲੁੱਟ ਹੁੰਦੀ ਆ ਉਹ ਹੋਰ ਨੇ। ਕਿਤੇ ਨਾ ਕਿਤੇ ਇਹ ਗੈਪ ਤਾਂ ਹੈਗਾ। ਫਿਰ ਸਮਾਂ ਬਹੁਤ ਬਲਵਾਨ ਆ ਜੀ। ਸਾਡੇ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਗਏ ਨੇ। ਅੱਗੇ ਜਿਹੜਾ ਅਨਪੜ੍ਹ ਇੱਕ ਸਾਡੇ ਤੇ ਸਟੈਂਪ ਲੱਗੀ ਹੋਈ ਸੀ ਵੀ ਕਿਸਾਨ ਜਿਹੜਾ ਹੈਗਾ ਪੰਜਾਬ ਦਾ ਜਾਂ ਦੇਸ਼ ਦਾ ਉਹ ਅਨਪੜ੍ਹ ਆ। ਹੁਣ ਸਾਡੇ ਬੱਚੇ ਪੜ੍ਹ ਲਿਖ ਗਏ ਨੇ, ਅਬਰੋਡ ਚਲੇ ਗਏ ਨੇ, ਉੱਥੇ ਦਾ ਸਾਰਾ ਸਿਸਟਮ ਦੇਖਦੇ ਆ, ਇੱਥੋਂ ਦਾ ਦੇਖਦੇ ਹੈਗੇ ਆ। ਕਿਉਂਕਿ ਚੇਂਜ ਤਾਂ ਆਉਂਦੀ ਹੈਗੀ ਆ, ਟਾਈਮ ਲੱਗਦਾ ਹੈਗਾ, ਲੇਕਿਨ ਕਿਸਾਨ ਸਿੱਧਾ ਵੇਚੂਗਾ,
ਕਿਸਾਨ ਪੂਰੇ ਪੈਸੇ ਲਊਗਾ ਔਰ ਜਿਹੜਾ ਕਿਰਤੀ ਹੈਗਾ ਉਹਦੇ ਕੋਲੋਂ ਵੀ ਪੂਰਾ ਕੰਮ ਹੋਊਗਾ। ਕਿਉਂਕਿ ਇਹ ਲੋਕ ਤਾਂ ਇਹ ਕਹਿੰਦੇ ਸੀ ਜੀ ਭਾਖੜਾ ਨੰਗਲ ਡੈਮ ਬੰਨਣ ਲੱਗਿਆ ਜੀ, ਉਹਦੇ ਵਿੱਚੋਂ ਬਿਜਲੀ ਕੱਢ ਲੈਣੀ ਆ ਤੇ ਫਸਲਾਂ ਕਿਵੇਂ ਹੋਣਗੀਆਂ। ਕੰਪਿਊਟਰ ਆ ਗਿਆ ਜੀ, ਇਹਦੇ ਨਾਲ ਤਾਂ ਸਾਰੇ ਵਿਹਲੇ ਹੋ ਜਾਣਗੇ, ਬੇਰੁਜ਼ਗਾਰੀ ਹੋ ਜਾਊਗੀ ਜੀ। ਇਸ ਕਰਕੇ ਇੱਕ ਆਉਣ ਵਾਲੇ ਜਦੋਂ ਵੀ ਕੋਈ ਕਾਨੂੰਨ ਬਣਦਾ ਹੈਗਾ ਜਾਂ ਹੋਰ ਆ, ਕੁਝ ਲੋਕਾਂ ਨੇ ਰੌਲਾ ਪਾਉਣਾ ਹੁੰਦਾ ਹੈਗਾ ਔਰ ਬਿਨਾਂ ਰੌਲੇ ਤੋਂ ਉਹਨਾਂ ਦਾ ਜਿਹੜਾ ਹੋਰ ਕੋਈ ਸਿਸਟਮ ਨਹੀਂ ਹੈਗਾ। ਤੇ ਜਿਹੜੀ ਅਸਲੀਅਤ ਆ, ਜਿਹੜੀ ਸੱਚਾਈ ਆ, ਉਹ ਕੂੜ ਨਖੁੱਟੇ ਨਾਨਕਾ ਓੜਕ ਸੱਚ ਸਹੀ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਸੱਚ ਆ ਤਾਂ ਉਹ ਸੱਚ ਲੋਕਾਂ ਦੇ ਸਾਹਮਣੇ ਆਊਗਾ ਔਰ ਇਹਨਾਂ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਜਿਹੜੇ ਉਹਨਾਂ ਨੂੰ ਮੂਹਰੇ ਹੋ ਕੇ ਝੂਠੇ ਗੱਲਾਂ ਕਰਕੇ, ਝੂਠੀਆਂ ਗੱਲਾਂ ਕਰਕੇ ਕੁਰਾਹੇ ਪਾ ਰਹੇ ਨੇ। ਲਾਸਟ ਸਵਾਲ ਨਵਜੋਤ ਸਿੰਘ ਸਿੱਧੂ ਬਾਰੇ। ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰਭਾਵ ਬਣ ਜਾਂਦਾ, ਚਾਹੇ ਉਹ ਸਾਲ ਚੁੱਪ ਰਹਿਣ, 6 ਮਹੀਨੇ ਚੁੱਪ ਰਹਿਣ, ਮੰਤਰੀ ਬਣਨ ਨਾ ਬਣਨ। ਕਾਂਗਰਸ ਦੇ ਵਿੱਚ ਕਦੇ ਜਾਣ ਦੀ ਗੱਲ ਚੱਲਦੀ ਹੈ ਕਿ ਦੁਬਾਰੇ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣਗੇ, ਕਦੇ ਉਹ ਚੱਲਦੀ ਹੈ ਕਿ ਬੀਜੇਪੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ। ਤੁਹਾਡੇ ਖੁਦ ਪੁਰਾਣੇ ਮੰਤਰੀ ਕਹਿੰਦੇ ਆ ਕਿ ਬੀਜੇਪੀ 'ਚ ਆਉਣਗੇ। ਕਈ ਵਾਰ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਉਹ ਸੀਐਮ ਦੇ ਉਮੀਦਵਾਰ ਹੋਣਗੇ। ਸਿੱਧੂ ਦਾ ਸਿਆਸਤ ਦੇ ਵਿੱਚ ਜੋ ਹੈਗਾ ਭੂਮਿਕਾ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਪਰਸਨ ਆ, ਓਨੈਸਟ ਪਰਸਨ ਆ, ਖਿਡਾਰੀ ਰਿਹਾ ਹੈਗਾ ਔਰ ਅੱਜ ਕੱਲ੍ਹ ਉਹ ਕਾਂਗਰਸ ਪਾਰਟੀ ਦੇ ਵਿੱਚ ਨੇ, ਉਹਦੇ ਵਿੱਚ ਖੁਸ਼ ਨੇ ਕਿ ਨਾਰਾਜ਼ ਨੇ, ਉਹ ਮੈਂ ਉਹਦੇ ਬਾਰੇ ਨਹੀਂ ਕਹਿੰਦਾ। ਪਰ ਜਿੰਨਾ ਬਾਰ-ਬਾਰ ਗੱਲ ਆ ਰਹੀ ਆ ਉਹਦੇ ਬਾਰੇ ਤਾਂ ਇਹੀ ਕਹੂੰਗਾ ਵੀ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਆ। ਇਹ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਵਿੱਖ ਦਾ ਆਪ ਫੈਸਲਾ ਕਰਨਾ, ਇਹਦੇ ਬਾਰੇ ਕੋਈ ਕਮੈਂਟ ਨਹੀਂ ਹੈਗਾ ਔਰ ਬਾਕੀ ਜਿਹੜੀ ਹੈਗੀ ਆ ਉਹ ਆਪ ਹੀ ਦੱਸ ਸਕਦੇ ਹੈਗੇ, ਇਹਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ। ਪਰ ਜਿਹੜੇ ਤੁਹਾਡੀ ਬੀਜੇਪੀ ਦੇ ਲੀਡਰ ਬਿਆਨ ਦੇ ਦਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਆਉਣਗੇ, ਉਹ ਵੀ ਗਲਤ ਹੈ ਫਿਰ? ਦੇਖੋ, ਜਿਹੜੇ ਲੀਡਰ ਕਹਿ ਰਹੇ ਹੈਗੇ ਆ ਇਹ ਉਹ ਆਪ ਹੀ ਜਵਾਬ ਦੇ ਸਕਦੇ ਹੈਗੇ ਆ, ਕਿਉਂਕਿ ਸਾਡਾ ਜਿਹੜਾ ਫੈਸਲਾ ਹੈਗਾ ਉਹ ਮਾਨਯੋਗ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ, ਜਿਹੜੇ ਕਿ ਸਾਡੇ ਰਾਸ਼ਟਰੀ ਪ੍ਰਧਾਨ ਨੇ, ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਔਰ ਸਾਡੀ ਜਿਹੜੀ ਪੂਰੀ ਕੇਂਦਰ ਦੀ ਟੀਮ ਹੈਗੀ ਆ, ਕਿਉਂਕਿ ਸਾਡੇ ਸਮੂਹਕ ਫੈਸਲਾ ਹੁੰਦਾ, ਕੋਈ ਇੱਕ ਪਰਸਨ ਨਹੀਂ ਕਰ ਸਕਦਾ। ਨਾ ਹੀ ਸੁਖਮਿੰਦਰਪਾਲ ਸਿੰਘ ਗਰੇਵਾਲ ਇਕੱਲਾ ਭਾਰਤੀ ਜਨਤਾ ਪਾਰਟੀ ਹੈਗੀ, ਇਹ ਸਾਰਾ ਕੰਮ ਦੇਖਣਾ ਕੇਂਦਰ ਦਾ ਕੰਮ ਹੈਗਾ। ਸਾਨੂੰ ਸਾਡੀ ਸਿਹਤ ਤੇ ਕੋਈ ਅਸਰ ਨਹੀਂ, ਕੋਈ ਆਵੇ ਕੋਈ ਜਾਵੇ, ਜਿਹੜਾ ਕੋਈ ਸਾਨੂੰ ਕੰਮ ਦੇਣਗੇ ਅਸੀਂ ਕਰੀ ਜਾਣਾ। ਗਰੇਵਾਲ ਸਾਹਿਬ, ਤੁਹਾਡੇ ਬੀਜੇਪੀ ਦੇ ਲੀਡਰ ਤਾਂ ਖੁਸ਼ ਹੋਣਗੇ ਕਿ 117 ਸੀਟਾਂ ਤੇ ਉਹ ਚੋਣ ਲੜਨਗੇ, ਕਿਉਂਕਿ ਪਹਿਲਾਂ 14-15 ਸੀਟਾਂ ਤੇ ਚੋਣ ਲੜਦੇ ਸਨ, ਗੱਲ ਜੀ ਬਣਦੀ ਨਹੀਂ ਸੀ। ਹੁਣ ਉਹ ਅੰਦਰ ਖਾਤੇ ਤਾਂ ਉਹਨਾਂ ਨੂੰ ਮਤਲਬ ਖੁਸ਼ੀ ਝਲਕਦੀ ਹੋਣੀ। ਦੇਖੋ, 117 ਤੇ ਜਦੋਂ ਨਹੀਂ ਲੜਦੇ ਸੀ, ਨਾਰਾਜ਼ ਤਾਂ ਅਸੀਂ ਉਦੋਂ ਵੀ ਨਹੀਂ ਸੀ। ਇਸ ਕਰਕੇ ਅਸੀਂ ਤਾਂ ਉਦੋਂ ਪੂਰੇ ਬੰਦਿਆਂ ਨੂੰ ਟਿਕਟਾਂ ਨਹੀਂ ਸੀ ਮਿਲਦੀਆਂ, ਪੂਰੇ ਲੀਡਰ ਨਾਰਾਜ਼ ਹੋ ਜਾਂਦੇ ਸੀ। ਦੇਖੋ ਜੀ, ਅਸੀਂ ਪਾਰਟੀ ਦਾ ਉਹ ਕੇਡਰ ਆ, ਨਾ ਤਾਂ ਅਸੀਂ ਹਾੜ ਦੇ ਵਿੱਚ ਕਦੇ ਸੁੱਕੇ ਆ ਤੇ ਨਾ ਕਦੇ ਸੌਣ 'ਚ ਹਰੇ ਆ। ਅਸੀਂ ਨਿਰੰਤਰ ਸੇਵਾ ਕਰਦੇ ਰਹੇ ਆ ਤੇ ਸੇਵਾ ਕਰਦੇ ਰਵਾਂਗੇ। ਬਾਕੀ ਇਹਦੇ ਬਾਰੇ ਫੈਸਲਾ ਕੇਂਦਰੀ ਕਮੇਟੀ ਨੇ, ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਲੈਣਾ ਹੈਗਾ। ਜੋ ਵੀ ਹੁਕਮ ਹੋਊਗਾ, ਪਹਿਲਾਂ ਵੀ ਵਜਾਉਂਦੇ ਰਹੇ ਆ, ਗਾਂ ਵੀ ਵਜਾਵਾਂਗੇ। ਪੰਜਾਬ ਦੇ ਸਿਆਸੀ ਮਾਹੌਲ ਤੋਂ ਹੁਣ ਕੀ ਲੱਗਦਾ ਕਿ ਤੁਹਾਨੂੰ ਗੱਠ ਜੋੜ ਵਾਲੀ ਨੀਤੀ ਕਾਮਯਾਬ ਕਰੇਗੀ ਜਾਂ ਕਿ ਫਿਰ ਆਪਣੇ ਬਲਬੂਤੇ ਤੇ ਬੀਜੇਪੀ ਪੰਜਾਬ ਦੀਆਂ ਚੋਣਾਂ ਲੜੇਗੀ? ਇਹ ਵੀ ਦੇਖਣਾ ਕੇਂਦਰ ਦਾ ਕੰਮ ਆ, ਇਹ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਦੇਖਣ ਦਾ ਕੰਮ ਨਹੀਂ। ਅਸੀਂ ਤਾਂ ਜਿਹੜੀ ਡਿਊਟੀ ਸਾਡੇ ਇੰਨਾ ਕੁ ਹੈਗਾ ਵੀ ਸਾਡੇ ਜਿਹੜੇ ਵਰਕਰ ਨੇ ਉਹ ਸੰਗਠਨ ਨਾਲ ਜੁੜੇ ਹੋਏ ਆ, ਜਿਹੜਾ ਵੀ ਹੁਕਮ ਆ ਗਿਆ ਉਹ ਨਾ ਦਿਨ ਨੂੰ ਟਿਕਣ ਵਾਲੇ ਆ ਨਾ ਰਾਤ ਨੂੰ ਟਿਕਣ ਵਾਲੇ ਆ, ਪੂਰੀ ਮਿਹਨਤ ਕਰਨਗੇ। ਠੀਕ ਹੈ ਜੀ, ਧੰਨਵਾਦ। ਸੋ ਇਹ ਸਨ ਸੁਖਮਿੰਦਰਪਾਲ ਸਿੰਘ ਗਰੇਵਾਲ, ਜੋ ਬੀਜੇਪੀ ਕੌਮੀ ਮੋਰਚਾ ਦੇ ਸੈਕਟਰੀ ਨੇ, ਕੌਮੀ ਪੱਧਰ ਦੇ ਲੀਡਰ ਨੇ। ਇਹਨਾਂ ਨੇ ਸਪਸ਼ਟ ਕਿਹਾ ਕਿ ਜੋ ਕਿਸਾਨੀ ਬਿੱਲਾਂ ਦਾ ਮਾਮਲਾ, ਉਹਦੇ ਬਾਰੇ ਬੀਜੇਪੀ ਦੀ ਜੋ ਸਰਕਾਰ ਹੈ ਉਹਦੇ ਮੰਤਰੀ ਲੈਵਲ ਦੀ ਕਿਸਾਨਾਂ ਨਾਲ ਜਲਦੀ ਗੱਲਬਾਤ ਹੋ ਜਾਣੀ ਆ, ਗੱਲਬਾਤ ਰਾਹੀਂ ਮਸਲੇ ਦਾ ਹੱਲ ਨਿਕਲ ਆਏਗਾ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਆ, ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਪੂਰੀ ਲੁੱਟ ਮਚਾਈ ਸੀ, ਉਸ ਲੁੱਟ ਦਾ ਇਹਨਾਂ ਨੇ ਵਿਰੋਧ ਕੀਤਾ ਸੀ। ਇਹ ਵਾਰ-ਵਾਰ ਕਹਿ ਰਹੇ ਨੇ ਕਿ ਮਾਫੀਆ ਰਾਜ ਪੰਜਾਬ 'ਚੋਂ ਖਤਮ ਹੋਵੇ ਤਾਂ ਕਿ ਇੱਥੇ ਇਮਾਨਦਾਰੀ ਦਾ ਮੁੱਲ ਪਵੇ ਤੇ ਜੋ ਮਹਿੰਗਾਈ ਆ ਰੇਤੇ ਦੀ, ਬਜਰੀ ਦੀ, ਉਹ ਵੀ ਕੰਟਰੋਲ ਹੋਵੇ। ਤੇ ਕਿਸਾਨਾਂ ਬਾਰੇ ਕਿਹਾ ਕਿ ਕਿਸਾਨ ਸਾਡੇ ਭਾਈ ਨੇ, ਕਿਸਾਨਾਂ ਨੂੰ ਉਹ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਇਹ ਬਿੱਲ ਕਿਸਾਨਾਂ ਦੇ ਪੱਖ ਵਿੱਚ ਲੈ ਕੇ ਆਉਂਦੇ ਨੇ। ਜੇ ਫਿਰ ਵੀ ਕਿਸਾਨਾਂ ਨੂੰ ਕੋਈ ਇਹਦੇ ਬਾਰੇ ਕੋਈ ਇਤਰਾਜ਼ ਆ, ਉਹ ਇਤਰਾਜ਼ ਜ਼ਰੂਰ ਦੂਰ ਕੀਤੇ ਜਾਣਗੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।